ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤ ਦਾ ਸਵਾਗਤ ਹੈ ਬ੍ਰੇਕਫਾਸਟ ਸ਼ੋਅ ਦੇ ਵਿੱਚ। ਅੱਜ ਫਰਾਈਡੇ 12 ਜਨਵਰੀ ਹੈ ਅਤੇ ਜਿੱਦਾਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਲੋਹੜੀ ਅਤੇ ਮਾਘੀ ਜਿਹਨੂੰ ਆਪਾਂ ਮੁਕਤਸਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਉਹ ਤਿਉਹਾਰ ਆਉਣ ਵਾਲੇ ਨੇ। ਸੋ ਮੈਨੂੰ ਆਸ ਹੈ ਕਿ ਜਿੱਥੇ ਜਿੱਥੇ ਵੀ ਆਪ ਬੈਠੇ ਹੋ, ਲੋਹੜੀ ਦੀਆਂ, ਕਿਉਂਕਿ ਇਹ ਆਪਾਂ ਕਹਿ ਲਈਏ ਕਿ ਜੋ ਤਿਉਹਾਰ ਹੈ ਖੁਸ਼ੀਆਂ ਦੇ ਨਾਲ ਰਿਲੇਟਡ ਹੈ। ਸੋ ਮੈਂ ਆਪ ਤੋਂ ਮਾफ़ी ਮੰਗਣਾ ਚਾਹੁੰਦਾ ਕਿ ਬ੍ਰੇਕਫਾਸਟ ਸ਼ੋਅ ਥੋੜ੍ਹਾ ਜਿਹਾ ਲੇਟ ਸਟਾਰਟ ਹੋ ਰਿਹਾ, ਕਿਉਂਕਿ ਕੁਛ ਆਪਾਂ ਕਹਿ ਲਈਏ ਕਿ ਟ੍ਰੈਫਿਕ ਕਰਕੇ ਸਾਡੇ ਸਟਾਫ ਟੈਕਨੀਕਲ ਸਟਾਫ ਫਸ ਗਿਆ ਸੀ। ਸੋ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਸਟੇਟ ਆਪਣਾ ਇੰਟਰਵਿਊ ਵਿੱਚ ਜਾਵਾਂਗੇ ਜੀ। ਸਾਡੇ ਨਾਲ ਨੇ ਸਾਡੇ ਸਤਿਕਾਰਯੋਗ ਬਹੁਤ ਹੀ ਸਰਦਾਰ ਮਨਜੀਤ ਸਿੰਘ ਜੀ ਦੇਵਗਨ ਜੀ। ਆਪ ਜੀ ਦਾ ਸਵਾਗਤ ਹੈ ਸਿੱਖ ਚੈਨਲ ਉੱਪਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਸਾਡੇ ਨਾਲ ਮਨਜੀਤ ਸਿੰਘ ਜੀ ਮੌਜੂਦ ਨੇ ਅਤੇ ਅੱਜ ਅਸੀਂ ਗੱਲ ਕਰਨੀ ਹੈ ਵੈਲਬੀਂਗ ਦੀ। ਸੋ ਕਿਉਂਕਿ ਮੈਂ ਇਹਨਾਂ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਵੈਲਬੀਂਗ ਮੇਲਾ, ਆਪਾਂ ਮੇਲੇ ਤਾਂ ਬਹੁਤ ਦੇਖੇ ਨੇ, ਸੋ ਵੀ ਅਸੀਂ ਸੋ ਮੈਨੀ ਮੇਲੇ ਲਾਈਕ ਕਲਚਰ ਮੇਲੇ ਜਾਂ ਹੋਰ ਆਪਣਾ। ਸੋ ਦਿਸ ਇਜ਼ ਦ ਫਸਟ ਟਾਈਮ ਹੀਅਰਿੰਗ ਵੈਲਬੀਂਗ ਮੇਲਾ। ਸੋ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਵੈਲਬੀਂਗ ਮੇਲਾ ਦਾ ਕਨਸੈਪਟ ਕੀ ਹੈ ਜੀ? ਜਗਮੋਹਨ ਭਾਜੀ, ਪਹਿਲਾਂ ਤਾਂ ਸਿੱਖ ਚੈਨਲ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਇਹ ਇਵੈਂਟ ਅਸੀਂ ਕਰ ਰਹੇ, ਇਹਦਾ ਅਵੇਅਰਨੈਸ ਚਾਨਣਾ ਇੱਥੇ ਪਾ ਰਹੇ ਨੇ ਅਤੇ ਮੈਸੇਜ ਜਿਹੜੀ ਸਾਡੀ ਮਦਦ ਕਰ ਰਹੇ ਨੇ ਮੈਸੇਜ ਪ੍ਰਮੋਟ ਕਰਨ ਨੂੰ, ਅਤੇ ਆਪ ਦੇ ਜਿਹੜੇ ਵਿਊਅਰਸ ਅਤੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ ਦੀ। ਤੁਸੀਂ ਸਵਾਲ ਪੁੱਛਿਆ ਕਿ ਵੈਲਬੀਂਗ ਮੇਲਾ ਕਨਸੈਪਟ ਕੀ ਹੈ ਇਹਦਾ, ਔਰ ਤੁਸੀਂ ਸਹੀ ਕਹਿ ਰਹੇ ਕਿ ਮੇਲੇ ਤਾਂ ਆਪਾਂ ਹੋਰ ਵੀ ਬੜੇ ਦੇਖੀਦੇ ਨੇ, ਅਤੇ ਜਿਹੜਾ ਵੈਲਬੀਂਗ ਦਾ ਅਸੀਂ ਵੈਲਬੀਂਗ ਦਾ ਕਨਸੈਪਟ ਆਪਣੀ ਸੰਗਤ 'ਚ ਇੰਟਰੋਡਿਊਸ ਕਰ ਰਹੇ ਨੇ, ਉਹਨਾਂ ਨੂੰ ਅਵੇਅਰ ਕਰਨ ਨੂੰ। ਪਰ ਕਦੇ ਕਦੇ ਜਦੋਂ ਹੈਲਥ ਦੇ ਇਸ਼ੂਜ਼ ਡਿਸਕਸ ਕੀਤੇ ਜਾਂਦੇ ਨੇ ਕਿ ਥੋੜ੍ਹੀ ਜਿਹੀ ਲੋਕ ਝਿਜਕ ਜਾਂਦੇ ਨੇ, ਘਬਰਾ ਵੀ ਜਾਂਦੇ ਨੇ। ਸੋ ਇਹ ਸੋਚਿਆ ਕਿ ਇਹਨੂੰ ਥੋੜ੍ਹਾ ਜਿਹਾ ਫਨ ਐਲੀਮੈਂਟ ਇਹਦੇ ਵਿੱਚ ਇੰਟਰੋਡਿਊਸ ਕਰੀਏ ਅਤੇ ਇਹਨੂੰ ਵੈਲਬੀਂਗ ਦਾ ਮੇਲਾ ਆਖੀਏ, ਜਿੱਥੇ ਤਰ੍ਹਾਂ ਤਰ੍ਹਾਂ ਦੇ ਮੈਡੀਕਲ ਸਟਾਲਸ ਲੱਗਣਗੇ ਅਤੇ ਮੇਲੇ ਵਾਂਗੂ ਐਟਮੋਸਫੇਅਰ ਹੋਏਗਾ, ਮਾਹੌਲ ਮੇਲੇ ਵਾਂਗੂ ਹੋਏਗਾ, ਅਤੇ 8-9 ਐਕਟੀਵਿਟੀਜ਼ ਉੱਥੇ ਹੈ ਪ੍ਰੈਜ਼ੈਂਟ ਹੋਣਗੀਆਂ, ਅਤੇ ਉਹਨਾਂ ਨੂੰ ਜਿਹੜਾ ਮੇਲੇ ਵਾਲਾ ਕਨਸੈਪਟ, ਪਰ ਵਿਦ ਦ ਮੇਨ ਮੈਸੇਜ ਆਫ ਵੈਲਬੀਂਗ, ਤੰਦਰੁਸਤੀ, ਕਿ ਆਪਣੀ ਜਿਹੜੀ ਕਮਿਊਨਿਟੀ ਹੈ ਉਹ ਇੱਕ ਹੈਲਥੀ ਜੀਵਨ ਬਤੀਤ ਕਰ ਸਕਣ। ਹਾਂਜੀ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਵੈਲਬੀਂਗ ਮੇਲਾ ਜੋ ਹੈ ਉਹ 14 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਰਾਮਗੜੀਆ ਸਿੱਖ ਟੈਂਪਲ, ਗ੍ਰੈਹਮ ਸਟਰੀਟ, ਬਰਮਿੰਘਮ ਵਿਖੇ। ਜਿੱਦਾਂ ਕਹਿ ਲਈਏ ਕਿ ਸਾਰੀ ਸੰਗਤਾਂ ਜੋ ਵੈਸਟ ਮਿਲਨ 'ਚ ਰਹਿੰਦੀਆਂ ਉਹਨਾਂ ਨੂੰ ਜ਼ਰੂਰ ਪਤਾ ਹੈ ਕਿ ਗ੍ਰੈਹਮ ਸਟਰੀਟ ਦਾ ਨਾਮ ਲੈਂਦਿਆਂ ਹੀ ਰਾਮਗੜੀਆ ਸਭਾ, ਰਾਮਗੜੀਆ ਗ੍ਰੈਹਮ ਸਟਰੀਟ। ਸੋ ਮੈਂ ਬੇਨਤੀ ਕਰੂੰਗਾ ਕਿ ਜੇ ਤੁਸੀਂ ਬਰਮਿੰਘਮ ਦੇ ਆਸ-ਪਾਸ ਜਾਂ ਵੈਸਟ ਮਿਲਨ 'ਚ ਰਹਿੰਦੇ ਹੋ ਤਾਂ ਇਹ ਜ਼ਰੂਰ ਇਸ ਨੂੰ ਅਟੈਂਡ ਕਰਿਓ। ਪਰ ਜੇ ਇਸ ਨੂੰ ਅਟੈਂਡ ਕਰਨ ਦੇ ਕੀ ਫਾਇਦੇ ਭਾਜੀ? ਲਾਈਕ ਜਿਸ ਤਰ੍ਹਾਂ ਆਖਿਆ ਕਿ ਐਂਗਲ ਵੈਲਬੀਂਗ ਦਾ ਐਂਗਲ ਹੈ, ਹੈਲਥ ਦਾ ਇਸ਼ੂਜ਼ ਜਿਹੜੇ ਉਹ ਡਿਸਕਸ ਕੀਤੇ ਜਾਣਗੇ, ਐਡਵਾਈਸ ਦਿੱਤੀ ਜਾਏਗੀ। ਸਾਡੇ 9 ਐਕਟੀਵਿਟੀਜ਼ ਅਸੀਂ ਪ੍ਰੈਜ਼ੈਂਟ ਕਰ ਰਹੇ ਨੇ, 9 ਸਟਾਲ ਲੱਗਣਗੇ। ਉਹਨਾਂ 'ਚ ਓਰਲ ਹੈਲਥ, ਜਿੱਥੇ 5 ਡੈਂਟਿਸਟ ਅਵੇਲੇਬਲ ਹੋਣਗੇ, ਤੁਹਾਨੂੰ ਡੈਂਟਿਸਟਰੀ ਜਾਂ ਡੈਂਟਲ ਅਵੇਅਰਨੈਸ ਬਾਰੇ, ਤੁਹਾਡੀ ਓਰਲ ਹੈਲਥ ਬਾਰੇ ਜਾਣਕਾਰੀ ਐਂਡ ਇਨਫੋਰਮੇਸ਼ਨ। ਵੀ ਹੈਵ ਆਈ ਕੇਅਰ, ਜਿੱਥੇ 4-5 ਆਪਟੀਸ਼ਨ ਹੋਣਗੇ। ਵੀ ਹੈਵ ਅ ਡਾਇਟ ਐਂਡ ਨਿਊਟ੍ਰੀਸ਼ਨ ਸਟਾਲ, ਕਿਉਂਕਿ ਉਹ ਬਹੁਤ ਇੰਪੋਰਟੈਂਟ ਹੈ ਅੱਜ ਕੱਲ੍ਹ, ਕਿਉਂਕਿ ਕੀ ਆਪਾਂ ਖਾਂਦੇ ਹਾਂ, ਕੀ ਪੀਂਦੇ ਹਾਂ, ਇਹ ਬਹੁਤ ਇੰਪੋਰਟੈਂਟ ਹੈ। ਕਿੰਨੀਆਂ ਕੈਲੋਰੀਜ਼ ਆਪਾਂ ਕੰਜ਼ਿਊਮ ਕਰਦੇ, ਕਿ ਕਿੰਨੇ ਪੋਰਸ਼ਨਸ ਹੋਣੇ ਚਾਹੀਦੇ। ਐਜ਼ ਯੂ ਨੋ, ਅੱਜ ਕੱਲ੍ਹ ਓਬੇਸਿਟੀ ਦਾ ਬੜਾ ਇਸ਼ੂ ਹੈ ਆਪਣੀ ਕਮਿਊਨਿਟੀ ਦੇ ਵਿੱਚ, ਡਾਇਬੀਟੀਜ਼ ਦਾ ਬੜਾ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ, ਹਾਰਟ ਡਿਜ਼ੀਜ਼ ਦਾ ਬੜਾ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ। ਸੋ ਹੋਪਫੁਲੀ ਹੈ ਕਿ ਜਿਹੜੇ ਡਾਇਟੀਸ਼ੀਅਨ ਹੋਣਗੇ, ਨਿਊਟ੍ਰੀਸ਼ਨਿਸਟ ਜਿਹੜੇ ਉੱਥੇ ਮੌਜੂਦ ਹੋਣਗੇ, ਤੁਹਾਨੂੰ ਦੱਸਣਗੇ ਕਿ ਕਿਹੋ ਜਿਹੇ ਫੂਡਸ ਖਾਣੇ ਚਾਹੀਦੇ ਨੇ, ਉਹਨਾਂ ਦਾ ਫਾਇਦਾ ਕੀ ਹੈ, ਅਤੇ ਕਿਹੜੇ ਫੂਡਸ ਹੈ ਜਿਨ੍ਹਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਸੋ ਉਹ ਡਾਇਟ ਐਂਡ ਨਿਊਟ੍ਰੀਸ਼ਨਲ। ਫਿਰ ਸਾਨੂੰ ਕਮਿਊਨਿਟੀ 'ਚ ਬੜੀ ਬੈਕ ਪ੍ਰੋਬਲਮਸ ਹੁੰਦੀਆਂ ਨੇ, ਨੀ ਪ੍ਰੋਬਲਮਸ ਬੜੀਆਂ ਨੇ, ਅਤੇ ਉਹਦੇ ਲਈ ਇੱਕ ਸਟਾਲ ਹੈਗਾ ਵਿਚ ਵੀ ਕਾਲ ਫਿਜ਼ੀਓਥੈਰੇਪੀ ਐਂਡ ਆਸਟੀਓਪੈਥੀ। ਉਹ 'ਚ ਫਿਜ਼ੀਓਥੈਰੇਪਿਸਟ ਅਵੇਲੇਬਲ ਹੋਣਗੇ, ਆਸਟੀਓਪੈਥਸ ਅਵੇਲੇਬਲ ਹੋਣਗੇ। ਆਸਟੀਓਪੈਥ ਹੈ ਜਿਹੜਾ ਬੜਾ ਅੰਡਰ ਰੇਟਡ ਇੱਕ ਪ੍ਰੋਫੈਸ਼ਨ ਹੈ, ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਕਿ ਆਸਟੀਓਪੈਥ ਕਰਦਾ ਕੀ ਹੈ। ਸੋ ਉਹਦੇ ਬਾਰੇ ਜਾਣਕਾਰੀ ਹੋਏਗੀ। ਇੱਕ ਕੰਪਲੀਮੈਂਟਰੀ ਥੈਰੇਪੀਜ਼ ਅੱਜ ਕੱਲ੍ਹ ਲੋਕ ਬੜੀ ਯੂਜ਼ ਕਰ ਰਹੇ ਨੇ। ਕੰਪਲੀਮੈਂਟਰੀ ਥੈਰੇਪੀਜ਼ ਇਨ ਦ ਸੈਂਸ ਕਿ ਸੈਲਫ ਹੀਲਿੰਗ ਥੈਰੇਪੀਜ਼, ਉਹ 4-5 ਜਾਣੇ ਉੱਥੇ ਹੋਣਗੇ। ਉਹਨਾਂ ਬਾਰੇ ਹੋਮਿਓਪੈਥਿਕ ਐਡਵਾਈਜ਼ਰਸ ਹੋਣਗੇ, ਜਿਹੜੇ ਕਿ ਹੋਮਿਓਪੈਥਿਕ ਮੈਡੀਸਿਨਸ ਬਾਰੇ ਤੁਹਾਨੂੰ ਦੱਸ ਸਕਣ ਕਿ ਕਿਹੋ ਜਿਹਾ ਕੀ ਉਹਨਾਂ ਦੇ ਫਾਇਦੇ ਨੇ ਅਤੇ ਨੁਕਸਾਨ। ਤਾਂ ਵੈਸੇ ਹੋਮਿਓਪੈਥਿਕ ਦਾ ਹੁੰਦਾ ਹੀ ਨਹੀਂ ਹੈ, ਕਿ ਜਿਹਨੂੰ ਆਪਾਂ ਦੇਸੀ ਦਵਾਈ ਕਹਿ ਦਿੰਦੇ।
ਉਹ ਤੋਂ ਅਲੱਗ ਇੱਕ ਫਨ ਜ਼ੋਨ ਵੀ ਹੋਏਗਾ। ਉੱਥੇ ਜਿਹੜੇ ਸਿਆਣੇ ਨਿਆਣੇ ਉਹਨਾਂ ਲਈ ਥੋੜ੍ਹੀਆਂ ਗੇਮਸ ਤਿਆਰ ਕੀਤੀਆਂ ਗਈਆਂ, ਪਰ ਨਾਟ ਜਿਹੜੀਆਂ ਯੂਜੂਅਲ ਸੋਸ਼ਲ ਮੀਡੀਆ 'ਤੇ ਗੇਮਸ ਖੇਡੀਆਂ ਜਾਂਦੀਆਂ ਜਾਂ ਫੋਨਾਂ 'ਤੇ ਗੇਮ ਖੇਡੀਆਂ ਜਾਂਦੀਆਂ। ਇਹ ਹੋਣਗੀਆਂ ਮਾਈਂਡ ਗੇਮਸ, ਜਿਸ ਤਰ੍ਹਾਂ ਬੀਟ ਦਾ ਬਜ਼ਰ, ਕਿ ਬਿੰਗੀ ਤਣੀਗੀ ਤਾਰ ਹੋਏਗੀ, ਉਹ 'ਚੋਂ ਕਰੰਟ ਜਾ ਰਿਹਾ, ਤੁਸੀਂ ਇੱਕ ਮੈਟਲ ਦਾ ਆਬਜੈਕਟ ਉਹਦੇ ਵਿੱਚੋਂ ਲੈ ਕੇ ਜਾਣਾ ਫਰੋਮ ਸਟਾਰਟ ਟੂ ਫਿਨਿਸ਼। ਤੇ ਉਹੋ ਜਿਹੀ ਇਨਵੋਲਵਿੰਗ ਫਿਜ਼ੀਕਲ ਵੈਲਬੀਇੰਗ ਐਂਡ ਵੈਲਬੀਇੰਗ। ਤੇ ਇੱਕ ਸਪੋਰਟਸ ਡੈਸਕ ਵੀ ਹੋਏਗਾ ਉੱਥੇ। ਤੇ ਸਪੋਰਟਸ ਤੇ ਜਿਹੜੀਆਂ ਸਪੋਰਟਸ ਆਪਣੀ ਕਮਿਊਨਿਟੀ 'ਚ ਇਸ ਵੇਲੇ ਚੱਲ ਰਹੀਆਂ ਨੇ, ਹਾਕੀ ਹੋਈ, ਬੈਡਮਿੰਟਨ ਹੋਈ, ਯੋਗਾ ਹੋਈ, ਜ਼ੁੰਬਾ ਹੋਇਆ, ਵੇਟ ਲਿਫਟਿੰਗ ਹੋਈ, ਕਿਉਂਕਿ ਜਿਹੜਾ ਰਾਮਗੜ੍ਹੀਆ ਕਮਿਊਨਿਟੀ ਸੈਂਟਰ ਉੱਥੇ ਸਪੋਰਟਸ ਦੀ ਫੈਸਿਲਿਟੀਜ਼ ਵੀ ਕਾਫੀ ਅੱਛੀ ਹੈ। ਸਪੋਰਟਸ ਹਾਲ ਅਵੇਲੇਬਲ ਹੈ, ਇੱਕ ਜਿਮ ਅਵੇਲੇਬਲ ਹੈ, ਤੇ ਉਹ ਸਾਡੀ ਕਮਿਊਨਿਟੀ ਲਈ ਅਵੇਲੇਬਲ ਹੈ ਫ੍ਰੀ ਆਫ ਚਾਰਜ। ਤੇ ਕਾਰ ਪਾਰਕਿੰਗ ਦਾ ਕੋਈ ਮਸਲਾ ਨਹੀਂ ਹੈ। ਸੋ ਇਟਸ ਜਸਟ ਕਿ ਲੋਕਾਂ ਨੂੰ ਅਵੇਅਰ ਕਰਨਾ ਹੈ, ਸੰਗਤ ਨੂੰ ਅਵੇਅਰ ਕਰਨਾ ਹੈ ਕਿ ਇਹੋ ਜਿਹੀਆਂ ਫੈਸਿਲਿਟੀਜ਼ ਰਾਮਗੜ੍ਹੀਆ ਸਿੱਖ ਟੈਂਪਲ ਪ੍ਰੋਵਾਈਡ ਕਰ ਰਿਹਾ ਹੈ। ਫੈਸਿਲਿਟੀ ਹੈਗੀ ਹੈ ਸਾਡੇ ਕੋਲ, ਉਹਨੂੰ ਇਸਤੇਮਾਲ ਕਰਨਾ ਇੱਕ ਆਪਣੀ ਲੈਕ ਆਫ ਜਾਂ ਉਹਨੂੰ ਯੂਜ਼ ਕਰਨਾ ਉਹ ਆਪਣੀ ਕਮਜ਼ੋਰੀ ਹੈ, ਤੇ ਉਹ ਆਪਾਂ ਥੋੜ੍ਹੀ ਜਿਹੀ ਉਹ 'ਤੇ ਕਰਨਾ, ਗੌਰ ਕਰਨਾ। ਇੱਕ ਜਗਮੋਹਨ ਭਾਜੀ, ਇੱਕ ਹੋਰ ਆਈਟਮ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਵੀ ਹੈਵ ਵਨ ਸਪੀਕਰ ਔਨ ਦੀ ਆਫਟਰਨੂਨ ਇਵੈਂਟ 'ਤੇ ਉਹਨਾਂ ਦਾ ਲੈਕਚਰ ਹੈਗਾ ਸਪਿਰਿਚੁਅਲਿਟੀ ਐਂਡ ਵੈਲਬੀਇੰਗ। ਸੋ ਆਪਾਂ ਸਾਰੇ ਜਾਣਦੇ ਕਿ ਸਪਿਰਿਚੁਅਲਿਟੀ, ਹਰੇਕ ਇਨਸਾਨ 'ਚ ਸਪਿਰਿਚੁਅਲਿਟੀ ਹੁੰਦੀ ਹੈ ਥੋੜ੍ਹੀ ਬਹੁਤ, ਤੇ ਕੋਸ਼ਿਸ਼ ਇਹ ਹੈ ਕਿ ਜਿਹੜੀ ਸਪਿਰਿਚੁਅਲਿਟੀ ਹੈ ਉਹਦਾ ਆਪਾਂ ਸਹਾਰਾ ਲੈ ਕੇ, ਗੁਰਬਾਣੀ ਦਾ ਸਹਾਰਾ ਲੈ ਕੇ, ਕਿ ਜਿਹੜਾ ਮੈਡੀਸਿਨ ਹੈ ਉਹਦੇ ਨਾਲ ਆਪਾਂ ਉਹਨੂੰ ਕੰਪਲੀਮੈਂਟ ਕਰ ਸਕੇ। ਮੈਡੀਸਨ ਦੀ ਜ਼ਰੂਰਤ ਹੈ, ਵੀ ਬਲੀਵ ਦੈਟ, ਸਾਰੇ ਪੜ੍ਹੇ ਲਿਖੇ ਨੇ, ਸਾਇੰਸ ਦਾ ਜ਼ਮਾਨਾ ਹੈ, ਵੈਸਟਰਨਾਈਜ਼ ਕੰਟਰੀਜ਼ 'ਚ ਆਪਾਂ ਰਹਿੰਦੇ ਹਾਂ, ਮੈਡੀਸਿਨ ਦੀ ਲੋੜ ਹੈ, ਪਰ ਜਿਹੜੀ ਆਪਣੀ ਸਪਿਰਿਚੁਅਲਿਟੀ ਹੈ ਹੋ ਸਕਦਾ ਕਿ ਇਹ ਉਹ ਮੈਡੀਸਿਨ ਨੂੰ ਥੋੜ੍ਹਾ ਕੰਪਲੀਮੈਂਟ ਕਰਦੇ। ਸੋ ਦੀ ਜਨਰਲ ਮੈਸੇਜ ਇਜ਼ ਵੈਲਬੀਇੰਗ, ਤੁਹਾਡੀ ਸਿਹਤ ਬਾਰੇ, ਸਪੋਰਟਸ ਐਕਟੀਵਿਟੀਜ਼ ਬਾਰੇ, ਔਰ ਓਬਜੈਕਟਿਵ ਹੈ ਕਿ ਜਿਹੜਾ ਅੱਜ ਕੋਈ 10 ਗੋਲੀਆਂ ਖਾ ਰਿਹਾ, ਕਿ ਹੋ ਸਕਦਾ ਕਿ ਇਹ ਪ੍ਰੋਗਰਾਮ 'ਤੇ ਅਟੈਂਡ ਕਰਕੇ ਆਪਦੀ ਲਾਈਫ ਸਟਾਈਲ ਥੋੜ੍ਹੀ ਚੇਂਜ ਕਰੇ, ਤੇ ਮਹੀਨੇ ਤਾਈਂ 8 ਗੋਲੀਆਂ ਹੋ ਜਾਣਗੀਆਂ, ਤੇ ਅਗਲੇ ਮਹੀਨੇ ਤਾਈਂ 6 ਗੋਲੀਆਂ ਹੋ ਜਾਣਗੀਆਂ। ਤੇ ਇੱਦਾਂ ਦਾ ਸੌਰਟ ਆਫ ਕਨਸੈਪਟ ਹੈ, ਤੇ ਇਹ ਚੀਜ਼ ਅਸੀਂ ਸੰਗਤ ਲਈ ਪੇਸ਼ ਕਰ ਰਹੇ ਹਾਂ। ਹਾਂਜੀ ਬਿਲਕੁਲ ਭਾਜੀ, ਧੰਨਵਾਦ ਆਪ ਜੀ ਦਾ ਇਸ ਪ੍ਰੋਗਰਾਮ ਬਾਰੇ ਦੱਸਣ ਬਾਰੇ। ਮੈਨੂੰ ਜਦੋਂ ਨਿਰਮਲ ਭਾਜੀ ਨੇ ਮੈਨੂੰ ਈਮੇਲ ਕੀਤੀ ਸੀ ਕਿ ਮਨਜੀਤ ਭਾਜੀ ਇੱਕ ਪ੍ਰੋਗਰਾਮ ਕਰ ਰਹੇ ਆ, ਤਾਂ ਉਹਨਾਂ ਨੇ ਇੱਕ ਸਪੈਸ਼ਲ ਲਾਈਨ ਲਿਖੀ ਸੀ ਕਿ ਯੂ ਆਰ ਅ ਲੈਜੈਂਡ ਬਿਕੋਜ਼ ਤੁਸੀਂ ਹਾਕੀ ਨੂੰ ਬਹੁਤ ਵਧੀਆ ਖੇਲਦੇ ਹੋ। ਸੋ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਭਾਜੀ ਨੇ ਇੰਗਲੈਂਡ ਦੀ ਓਵਰ 40s ਟੀਮ ਨੂੰ ਵੀ ਰਿਪਰੈਜ਼ੈਂਟ ਕੀਤਾ ਪਲੇਇੰਗ ਹਾਕੀ। ਸੋ ਇਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਅਸੀਂ ਸਾਡੇ ਸਟੂਡੀਓ 'ਚ ਅੱਜ ਇੱਕ ਕਹਿ ਲਓ ਕਿ ਇੰਟਰਨੈਸ਼ਨਲ ਪਲੇਅਰ ਆਏ ਨੇ। ਸੋ ਹਾਕੀ ਵਿੱਚ ਆਪ ਜੀ ਦਾ ਕਿੱਦਾਂ ਹੋਣਾ, ਕਿਉਂਕਿ ਮੈਂ ਆਪ ਜੀ ਦੇ ਜ਼ਿੰਦਗੀ ਤੋਂ ਪੁੱਛ ਕੇ ਫਿਰ ਇਹਦੇ ਬਾਰੇ ਜ਼ਰੂਰ ਪੁੱਛੂੰਗਾ ਕਿ ਇਹ ਆਈਡੀਆ ਕਿਸ ਤਰ੍ਹਾਂ ਆਇਆ। ਸੋ ਆਪ ਜੀ ਹਾਕੀ 'ਚ ਕਿਸ ਤਰ੍ਹਾਂ ਆਪਣੇ ਮੀਨ ਕਾ ਗੱਲ ਕਿ ਪੇਰੈਂਟਸ ਖੇਲਦੇ ਸੀ ਪਹਿਲਾਂ ਜਾਂ ਹਾਕੀ? ਅਸੀਂ ਸਾਡੀ ਹਾਕੀ ਦੀ ਸਪੋਰਟ, ਸਾਡਾ ਬੈਕਗਰਾਊਂਡ ਆਪਣਾ ਸਾਰਿਆਂ ਦਾ ਬੈਕਗਰਾਊਂਡ ਤਾਂ ਇੰਡੀਆ ਦਾ ਹੀ ਹੈ, ਪਰ ਅਸੀਂ ਬੇਸਿਕਲੀ ਸਾਡੀ ਪੈਦਾਇਸ਼ ਕੇਨੀਆ 'ਚ ਹੋਈ, ਨੈਰੋਬੀ 'ਚ। ਤੇ ਉੱਥੇ ਜਿਹੜਾ ਹਾਕੀ ਕਾਫੀ ਸਾਡੇ ਟਾਈਮ 'ਚ ਕਾਫੀ ਉਹਨੂੰ ਫੋਕਸ ਦਿੱਤਾ ਜਾਂਦਾ ਸੀ। ਤੇ ਬਸ ਹਾਕੀ ਸਟਰੀਟਾਂ ਦਾ ਇੰਡੀਆ ਵਰਗਾ ਮਾਹੌਲ ਹੁੰਦਾ ਸੀ, ਵਿਹੜਿਆਂ 'ਚ ਅਸੀਂ ਰਹਿੰਦੇ ਹੁੰਦੇ ਸੀ, ਬਸ ਛੋਟੇ ਛੋਟੇ ਇਕੱਠੇ ਹੋ ਕੇ ਤੇ ਟੁੱਟੀਆਂ ਫੁੱਟੀਆਂ ਸਟਿੱਕਾਂ ਲੈ ਕੇ ਤੇ ਹਾਕੀ ਖੇਡਣ ਲੱਗ ਪੈਣੀ। ਫਿਰ ਸਕੂਲਾਂ 'ਚ ਖੇਡਣ ਲੱਗ ਪਏ, ਸਕੂਲਾਂ ਤੋਂ ਬਾਅਦ ਇੱਕ ਕਲੱਬਾਂ 'ਚ ਖੇਡਣ ਲੱਗ ਪਏ। ਐਂਡ ਆਈ ਹੈਡ ਦੀ ਆਨਰ ਆਫ ਪਲੇਇੰਗ ਫॉर ਅ ਵੈਰੀ ਫੇਮਸ ਕਲੱਬ ਇਨ ਕੇਨੀਆ, ਨੈਰੋਬੀ, ਸਿੱਖ ਯੂਨੀਅਨ ਨੈਰੋਬੀ, ਜਿੱਥੇ ਮੇਨਲੀ ਇੰਟਰਨੈਸ਼ਨਲਸ ਕੀਨੀਆ ਦੇ ਪ੍ਰੋਡਿਊਸ ਕੀਤੇ ਨੇ। ਤੇ ਉੱਥੇ ਮੈਂ ਰਿਪਰੈਜ਼ੈਂਟ ਕੀਤਾ, ਉਹਨਾਂ ਨੂੰ ਖੇਡਿਆ। ਤੇ 79 'ਚ ਅਸੀਂ UK ਆ ਗਏ ਨੇ, ਐਂਡ ਵਾਸ ਓਨਲੀ 17 ਦੈਨ। ਫਿਰ ਇੱਕ ਕਲੱਬ ਹੈ ਬਾਰਫੋਰਡ ਟਾਈਗਰਸ ਹਾਕੀ ਕਲੱਬ, ਬੇਸਡ ਇਨ ਬਰਮਿੰਘਮ, ਉਹਨਾਂ ਲਈ ਅਸੀਂ ਖੇਡਣ ਲੱਗ ਪਏ। ਫਿਰ ਉੱਥੋਂ ਦੀ ਬਸ ਉਦੋਂ ਦੇ ਬਸ ਖੇਡਦੇ ਹੀ ਆ ਰਹੇ, ਹਾਲੇ ਵੀ ਖੇਡਦੇ ਨੇ, ਤੇ ਸਾਡੇ ਬੱਚੇ ਵੀ ਖੇਡਦੇ ਨੇ, ਮੇਰੇ ਵੀਰ ਨੇ 2 ਉਹ ਵੀ ਖੇਡਦੇ ਨੇ। ਤੇ ਵੀ ਬੀਨ ਫੋਰਚੂਨੇਟ ਕਿ ਸਾਨੂੰ ਇੰਟਰਨੈਸ਼ਨਲ ਦਾ ਵੀ ਐਕਸਪੋਜ਼ਰ ਮਿਲਿਆ। ਮਾਈ ਬ੍ਰਦਰ ਪਲੇਡ ਫॉर ਇੰਗਲੈਂਡ 92 to 94, ਮਾਈ ਸਨ ਪਲੇਡ ਫॉर ਅੰਡਰ 18s। ਇੱਕ ਸਾਡਾ ਛੋਟਾ ਭਤੀਜਾ ਹੈ, ਉਹ ਹੁਣ ਅੰਡਰ 16 ਦੇ ਗਰੁੱਪ ਦੇ ਵਿੱਚ ਇਨਵੋਲਵਡ ਹੈ। ਸੋ ਬੇਸਿਕਲੀ ਹਾਕੀ ਹੈਜ਼ ਬੀਨ ਆਰ ਮੇਨ ਜਿੱਦਾਂ ਲਾਈਫ ਲਾਈਨ ਕਹਿ ਲਓ। ਤੇ ਸਪੋਰਟ ਦੇ ਨਾਲ ਫਿਰ ਵੈਲਬੀਇੰਗ ਦਾ ਤੇ ਓਬਵੀਅਸਲੀ ਕਨੈਕਸ਼ਨ ਹੈ ਹੀ, ਕਿਉਂਕਿ ਜੇ ਤੁਸੀਂ ਤੰਦਰੁਸਤ ਹੋ, ਫਿਟ ਹੋ, ਤੁਹਾਡਾ ਖਾਣ ਪੀਣ 'ਤੇ ਸੰਕੋਚ ਕਰ ਦਿਓ, ਤੇ ਫਿਰ ਤਾਂਹੀਓ ਤੁਸੀਂ ਟੌਪ ਲੈਵਲ ਦੀ ਸਪੋਰਟ ਖੇਡ ਸਕਦੇ ਹੋ। ਹਾਂਜੀ, ਜਿਸਦਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਫੁੱਟਬਾਲ ਵਿੱਚ ਤਾਂ ਹਾਲੇ ਦਿਸਦਾ ਨਹੀਂ ਕੋਈ ਆਉਂਦਾ ਆਪਣਾ ਪਲੇਅਰ ਲਾਈਕ ਨੈਸ਼ਨਲ ਟੀਮ ਵਿੱਚ ਇੰਗਲੈਂਡ ਦੀ। ਸੋ ਹਾਕੀ 'ਚ ਤੁਸੀਂ ਕੀ ਸੋਚਦੇ ਹੋ ਕਿ ਆਪਣੇ ਕੋਲ ਹੈ ਫਿਊਚਰ ਹਾਕੀ 'ਚ? ਤੁਹਾਡਾ ਬੇਟਾ ਜਾਂ ਤੁਹਾਡਾ ਨੈਫਿਊ ਖੇਡ ਰਿਹਾ ਫॉर ਅੰਡਰ 16 ਅੰਡਰ 18, ਉਹਨਾਂ ਨੇ ਰਿਪਰੈਜ਼ੈਂਟ ਕੀਤਾ। ਸੋ ਹਾਕੀ 'ਚ ਇਟਸ ਬਿਕਮਿੰਗ ਵੈਰੀ ਡਿਫਿਕਲਟ ਕਿ ਰੈਪਰੈਜ਼ੈਂਟੇਟਿਵ ਲੈਵਲ 'ਤੇ ਪਹੁੰਚਣ ਦਾ। ਇਟ ਇਜ਼ ਪੋਸੀਬਲ, ਪਰ ਇਹਦੇ 'ਚ ਮਿਹਨਤ ਦੀ ਬਹੁਤ ਲੋੜ ਹੈ। ਹਾਕੀ ਦਾ ਜਿਹੜਾ ਸਟਰਕਚਰ ਹੈ ਇਸ ਕੰਟਰੀ 'ਚ, ਇਹਨੂੰ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਵਾਂਗੂ
ਅਪਰੋਚ ਕੀਤਾ ਜਾ ਰਿਹਾ ਹਾਂਜੀ। ਤੇ ਸੋ ਯੂ ਹੈਵ ਟੂ ਸਟਾਰਟ ਥਿੰਕਿੰਗ ਆਫ ਹਾਕੀ ਐਜ਼ ਅ ਕਰੀਅਰ ਜੇ ਤੁਸੀਂ ਇੰਟਰਨੈਸ਼ਨਲ ਤੱਕ ਪਹੁੰਚਣਾ ਹੈ। ਹਾਂਜੀ ਪਰ ਦੀ ਓਪਰਚੁਨਿਟੀ ਇਜ਼ ਦੇਅਰ, ਮਿਹਨਤ ਕਰਨੀ ਪਏਗੀ, ਅੱਛੇ ਕਲੱਬਾਂ ਲਈ ਖੇਡਣਾ ਪਏਗਾ, ਅੱਛੀ ਕੋਚਿੰਗ ਦੀ ਜ਼ਰੂਰਤ ਹੈ, ਪਰ ਓਪਰਚੁਨਿਟੀ ਹੈ। ਔਰ ਇੱਕ ਦੋ ਮੁੰਡੇ ਆਪਣੇ ਹੈਗੇ ਵੀ ਨੇ, ਇੱਕ ਮੁੰਡਾ ਅਰਜਨ ਚਾਨਾ ਕਰਕੇ ਹੀ ਇਜ਼ ਇਨਵੋਲਵਡ ਵਿਦ ਦ GB ਸਕੁਆਡ, ਯੰਗ ਪਲੇਅਰ, ਹੀ ਇਜ਼ ਵੈਰੀ ਗੁੱਡ। ਸੋ ਥੋੜ੍ਹੇ ਮੁੰਡੇ ਹੈਗੇ ਨੇ ਕਨਸੈਪਟ ਲਾਈਨ ਦੇ ਵਿੱਚ, ਪਰ ਇਸ਼ੂ ਹੈ ਕਿ ਜਿੰਨੀ ਹਾਕੀ ਆਪਣੇ ਯੰਗਸਟਰ ਪਹਿਲਾਂ ਖੇਡਦੇ ਹੁੰਦੇ ਸੀ 80s 'ਚ, ਉਨੀ ਖੇਡ ਨਹੀਂ ਰਹੇ। ਹਾਂਜੀ, ਪਰ ਫੁੱਟਬਾਲ ਨੇ ਟੇਕ ਓਵਰ ਕਰ ਲਿਆ। ਫੁੱਟਬਾਲ ਵੱਲ ਜ਼ਿਆਦਾ ਧਿਆਨ ਹੈ ਕਿਉਂਕਿ ਓਬਵੀਅਸਲੀ ਫੁੱਟਬਾਲ ਸਾਰੇ ਪਾਸੇ ਦੇਖੋ ਸਟਰਕਚਰ ਵੀ ਥੋੜ੍ਹਾ ਜਿਹਾ ਪ੍ਰਮੋਟ ਕਰ ਰਹੇ ਨੇ ਜਿਹੜੀ ਫੁੱਟਬਾਲ ਐਸੋਸੀਏਸ਼ਨਸ ਹੈਗੀਆਂ ਨੇ। ਸੋ ਫੁੱਟਬਾਲ ਜ਼ਿਆਦਾ ਧਿਆਨ ਹੈ ਕਿਉਂਕਿ ਫੁੱਟਬਾਲ ਨੂੰ ਐਕਸਪੋਜ਼ਰ ਬਹੁਤ ਮਿਲ ਰਿਹਾ ਤੇ ਟੌਪ ਪਲੇਅਰਾਂ ਦੀ ਕਮਾਈ ਕਾਫੀ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ ਕਿ ਸਮਨ ਹੈਜ਼ ਟੂ ਟ੍ਰੀਟ ਦਿਸ ਐਜ਼ ਅ ਪ੍ਰੋਫੈਸ਼ਨ ਜਿੱਦਾਂ ਹਾਕੀ ਨੂੰ, ਪਰ ਕਹਿੰਦਾ ਮੈਨੂੰ ਕਿਹਾ ਕਿ ਇਹਦੇ 'ਚ ਇਨਫ ਹੈਗਾ ਮਨੀ ਫੋਰ ਸਮਵਨ ਟੂ ਆਪਾਂ ਕਹਿ ਲਓ ਕਿ ਪੇ ਦੇ ਬਿਲਸ ਔਰ ਆਮ ਸ਼ੋਰ ਜੇ ਤੁਸੀਂ ਟੌਪ ਲੈਵਲ ਹਾਕੀ ਖੇਡਦੇ ਹੋ ਅੱਜ ਕੱਲ੍ਹ ਕਾਫੀ ਉਹਦੇ 'ਚ ਆਮਦਨੀ ਕਮਾਈ ਕਰ ਸਕਦੇ ਹੋ। ਹਾਂਜੀ ਪਰ ਕਦੇ ਕਦੇ ਆਪਣੇ ਪੇਰੈਂਟਸ, ਆਪਣੀਆਂ ਇੰਸਟੀਟਿਊਸ਼ਨਸ, ਉਹਨਾਂ ਤੋਂ ਵੀ ਕਦੇ ਕਦੇ ਇੰਨੀ ਸਪੋਰਟ ਨਹੀਂ ਮਿਲਦੀ ਕਿਉਂਕਿ ਜਦੋਂ ਬੱਚਾ ਯੂਨੀਵਰਸਿਟੀ ਤੱਕ ਜਾਣ ਲੱਗ ਪੈਂਦਾ ਫਿਰ ਉਹਦਾ ਕਨਸੈਪਟ ਹੁੰਦਾ ਕਿ ਕੋਈ ਡਿਗਰੀ ਕਰ ਲਵੇ ਅਤੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੁੰਦਾ ਅਤੇ ਫਿਰ ਕਦੇ ਕਦੇ ਉਹ ਆਪਾਂ ਪ੍ਰੋਫੈਸ਼ਨ ਨੂੰ ਸਹੀ ਤਰ੍ਹਾਂ ਆਪਾਂ ਅਪਰੋਚ ਨਹੀਂ ਕਰ ਰਹੇ। ਸੋ ਪਰ ਆਮਦਨੀ ਤਾਂ ਹੈ ਉਹਦੇ 'ਚ, ਅਤੇ ਆਮਦਨੀ ਇਟ ਡਿਪੈਂਡਸ ਤੁਹਾਡੀ ਸੋਚ ਕਿਹੋ ਜਿਹੀ ਹੈ, ਪਹੁੰਚ ਕਿੰਨੀ ਕੁ ਤੱਕ ਤੁਸੀਂ ਪਹੁੰਚਣਾ, ਕਿਸ ਬੁਲੰਦੀ ਤੱਕ ਤੁਸੀਂ ਪਹੁੰਚਣਾ ਇਨ ਟਰਮਸ ਆਫ ਰਿਮੂਨਰੇਸ਼ਨਸ ਐਂਡ ਥਿੰਗਸ ਲਾਈਕ ਦੈਟ, ਬਟ ਯੂ ਕੈਨ ਮੇਕ ਅ ਲਿਵਿੰਗ ਆਊਟ ਆਫ ਪਲੇਇੰਗ ਹਾਕੀ। ਦ ਰੀਜ਼ਨ ਆਈ ਆਸਕ ਕਹਿ ਲਈਏ ਕਿ ਤੁਹਾਡਾ ਹਾਕੀ ਦੇ ਬਾਰੇ, ਕਿਉਂਕਿ ਜਿੱਦਾਂ ਤੁਸੀਂ ਲਾਈਕ ਈਵਨ ਲੁਕਿੰਗ ਐਟ ਯੂਰਸੈਲਫ ਆਈਡੀਆ ਲੱਗ ਜਾਂਦਾ ਕਿ ਯੂ ਲਵ ਟੂ ਕਿ ਤੁਸੀਂ ਆਪਣੇ ਆਪ ਨੂੰ ਫਿਟ ਰੱਖਣਾ ਪਸੰਦ ਕਰਦੇ ਹੋ। ਸੋ ਜਿੱਦਾਂ ਤੁਸੀਂ ਅੱਜ ਪਾਰਟ ਆਫ ਕਮੇਟੀ ਐਜ਼ ਵੈਲ ਭਾਜੀ ਰਾਮਗੜੀਆ ਸਭਾ ਦੀ। ਹਾਂਜੀ, ਇਸ ਸਾਲ ਤੋਂ ਪਿਛਲੇ 7-8 ਮਹੀਨਿਆਂ ਤੋਂ ਮੈਂ ਜਿਹੜਾ ਰਾਮਗੜੀਆ ਸਿੱਖ ਟੈਂਪਲ ਦੀ ਮੈਨੇਜਮੈਂਟ ਕਮੇਟੀ ਆ ਉਹਨਾਂ ਦਾ ਇੱਕ ਮੈਂਬਰ ਹਾਂ। ਮੈਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਅਪਰੋਚ ਕੀਤਾ ਤਕਰੀਬਨ 7-8 ਮਹੀਨੇ। ਹਾਂਜੀ, ਮੈਂ ਇਹੀ ਪੁੱਛਣਾ ਚਾਹੁੰਦਾ ਸੀ ਕਿ ਤੁਹਾਡਾ ਜਿੱਦਾਂ ਬੈਕਗਰਾਊਂਡ ਸੀ ਇਨ ਹਾਕੀ, ਸੋ ਇਟਸ ਵੈਰੀ ਰੇ ਟੂ ਸੀ ਸੌਰੀ ਟੂ ਸੇ ਬਟ ਪ੍ਰੋਫੈਸ਼ਨਲਸ ਕਮਿੰਗ ਟੂ ਦ ਕਮੇਟੀ। ਚਲੋ ਹੁਣ ਥੋੜ੍ਹਾ ਚੇਂਜ ਹੋਣਾ ਹੈ ਹੁਣ, ਤੇ ਪਰ ਤੁਹਾਨੂੰ ਕਿਉਂਕਿ ਤੁਹਾਡੀ ਬੈਕਗਰਾਊਂਡ ਜਿੱਦਾਂ ਆਪਾਂ ਕਹਿ ਲਓ ਸਪੋਰਟਸ ਸੀ ਤੇ ਤੁਹਾਡਾ ਮੀਨ ਕਿ ਆਪਣਾ ਇੱਕ ਹੁੰਦਾ ਨਾ ਕਿ ਪੈਸ਼ਨ ਹੈ ਤੁਹਾਡਾ ਟੂ ਕੀਪ ਯੋਰਸੈਲਫ ਫਿਟ, ਐਂਡ ਪ੍ਰੋਬਬਲੀ ਤੁਸੀਂ ਬਾਕੀਆਂ ਨੂੰ ਵੀ ਚਾਹੋਗੇ ਕਿ ਵੀ ਅਬੀਜ਼ ਨਾ ਹੋਣ ਜਾਂ ਹੋਰ ਬਿਮਾਰੀਆਂ ਤੋਂ ਬਚਣ। ਸੋ ਕਿਸ ਤਰ੍ਹਾਂ ਤੁਹਾਡੀ ਇਹ ਟਰਾਂਸਫੋਰਮੇਸ਼ਨ ਲਾਈਕ ਐਂਡ ਹਾਊ ਯੂ ਗੋਨਾ ਇੰਪਲੀਮੈਂਟ ਯੋਰ ਆਪ ਕਹਿ ਲਓ ਪ੍ਰੋਫੈਸ਼ਨਲ ਸਕਿੱਲਸ ਇਨਟੂ ਦਿਸ। ਹਾਂਜੀ, ਸੋ ਜਿਹੜੀ ਅਪਰੋਚ ਸੀਗੀ ਸਿੱਖ ਟੈਂਪਲ ਵਾਲਿਆਂ ਦੀ ਪ੍ਰਬੰਧਕਾਂ ਦੀ, ਉਹ ਸੀਗੀ ਕਿ ਉਹਨਾਂ ਦਾ ਜਿਹੜਾ ਸਪੋਰਟਸ ਦਾ ਕਰਿਕੂਲਮ ਹੈ ਕਿ ਉਹਦੇ 'ਚ ਥੋੜ੍ਹੀ ਮੈਂ ਆ ਕੇ ਸੇਵਾ ਕਰਾਂ। ਸੋ ਮੇਰੇ ਤੋਂ ਨਾ ਨਹੀਂ ਕੀਤੀ ਗਈ, ਉਹਨਾਂ ਦਾ ਮੈਂ ਜਿਹੜਾ ਰਿਕੁਐਸਟ ਸੀ ਉਹਨੂੰ ਸਵੀਕਾਰ ਕੀਤਾ, ਔਰ ਕਮੇਟੀ ਦਾ ਮੈਂਬਰ ਮੈਂ ਹੈ ਜਿਹੜਾ ਸਪੋਰਟਸ ਦਾ ਸੈਕਸ਼ਨ ਹੈ। ਸੋ ਜਦੋਂ ਸਪੋਰਟਸ ਦਾ ਅਸੀਂ ਉੱਥੇ ਗੱਲਬਾਤ ਕੀਤੀ, ਵਿਚਾਰ ਕੀਤੀ, ਸੋ ਪਹਿਲਾਂ ਮੈਂ ਸੁਜੈਸਟ ਕੀਤਾ ਗਿਆ ਕਿ ਅਸੀਂ ਇੱਕ ਸਪੋਰਟਸ ਦੀ ਸਬ ਕਮੇਟੀ ਬਣਾਈਏ, ਅਤੇ ਅਸੀਂ ਅਪਰੋਚ ਇਹ ਲਿਆ ਕਿ ਜਿਹੜੀ ਸਬ ਕਮੇਟੀ ਬਣੇਗੀ ਸਪੋਰਟਸ ਦੀ, ਉਹਦੇ 'ਚ ਕੋਈ ਕਮੇਟੀ ਦਾ ਮੈਂਬਰ ਨਹੀਂ ਅਸੀਂ ਲਵਾਂਗੇ ਬਾਹਰਲੀ ਕਿਉਂਕਿ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਇੱਕ ਤਰ੍ਹਾਂ ਗੁਰਦੁਆਰੇ ਦੇ ਨਾਲ ਕਨੈਕਟ ਕਰੀਏ। ਸੋ ਆਮ ਗਲੈਡ ਟੂ ਸੇ ਕਿ ਵੀ ਹੈਵ 8 ਮੈਂਬਰਸ ਇਨ ਦਿਸ ਸਬ ਕਮੇਟੀ, ਔਰ ਇੱਕ ਸਬ ਕਮੇਟੀ ਦਾ ਨਾਮ ਹੈ ਸਪੋਰਟਸ ਐਂਡ ਵੈਲਬੀਂਗ। ਹੁਣ ਸਪੋਰਟਸ ਦਾ ਕਨਸੈਪਟ ਗੁਰੂ ਘਰਾਂ 'ਚ ਕਾਫੀ ਕੋਸ਼ਿਸ਼ ਤੇ ਗੁਰੂ ਘਰ ਕਰਦੇ ਨੇ ਕਿ ਸਪੋਰਟਸ ਖੇਡੀ ਜਾਵੇ, ਉਹਨੂੰ ਪ੍ਰਮੋਟ ਕੀਤਾ ਜਾਵੇ, ਖਾਸ ਕਰਕੇ ਫੁੱਟਬਾਲ ਦਾ ਕਾਫੀ ਉਪਰਾਲਾ ਹੈ, ਕਬੱਡੀ ਦੀ ਕਾਫੀ ਇੱਦਾਂ ਉਤਸ਼ਾਹ ਹੈਗੀ ਉਹਦੇ 'ਚ, ਬਟ ਆਪਣੇ ਗੁਰੂ ਘਰਾਂ 'ਚ ਸਪੋਰਟਸ ਦਾ ਇੰਨਾ ਇਨਫਰਾਸਟਰਕਚਰ ਇੰਨਾ ਸਟਰੋਂਗ ਨਹੀਂ ਹੈ, ਅਤੇ ਸਕੋਪ ਉਹਦੀ ਲਿਮਿਟਿਡ ਸਕੋਪ ਹੈ। ਸੋ ਸਪੋਰਟ ਕੈਨ ਓਨਲੀ ਬੀ ਪਲੇਡ ਐਟ ਮੋਰ ਆਫ ਅ ਸੋਸ਼ਲ ਲੈਵਲ ਜਦੋਂ ਗੁਰੂ ਘਰਾਂ ਦੇ ਕਨਸੈਪਟ ਦੇ ਵਿੱਚ। ਰਾਮਗੜੀਆ ਸਿੱਖ ਟੈਂਪਲ ਆਰ ਇਨ ਅ ਗੁੱਡ ਪੋਜੀਸ਼ਨ ਕਿਉਂਕਿ ਇਹਨਾਂ ਕੋਲ ਇੱਕ ਰਾਮਗੜੀਆ ਕਮਿਊਨਿਟੀ ਸੈਂਟਰ ਹਾਲ ਆਪਦਾ ਇਹਨਾਂ ਦਾ ਹੈਗਾ। ਇਟਸ ਅ ਸਪੋਰਟਸ ਹਾਲ ਜਿੱਥੇ ਬੈਡਮਿੰਟਨ ਖੇਡਿਆ ਜਾਂਦਾ, ਯੋਗਾ ਦੀ ਐਕਸਰਸਾਈਜ਼ਾਂ ਲੱਗਦੀਆਂ ਨੇ, ਜ਼ੁੰਬਾ ਖੇਡਿਆ ਜਾਂਦਾ, ਐਂਡ ਇੱਕ ਮਲਟੀ ਜਿਮ ਵੀ ਤਿਆਰ ਕੀਤੀ ਗਈ ਹੈ। ਸੋ ਉਹਦਾ ਕਨਸੈਪਟ, ਉਹਦਾ ਸਕੋਪ ਸਿਰਫ ਹਾਲ ਗੇਮਸ ਅਤੇ ਇਹੋ ਜਿਹੇ ਸਪੋਰਟਸ ਤੁਸੀਂ ਉੱਥੇ ਖੇਡ ਸਕਦੇ ਹੋ। ਸੋ ਵੀ ਥਾਟ ਕਿ ਰਾਦਰ ਦੈਨ ਪ੍ਰੋਮੋਟਿੰਗ ਸਪੋਰਟਸ ਕਿ ਇੱਕ ਦਿਨ ਸਾਲ 'ਚ ਇੱਕ ਦਿਨ ਸਪੋਰਟਸ ਦਾ ਡੇ ਕਰਤਾ ਅਤੇ ਫਿਰ 364 ਦਿਨ ਬੈਠੇ ਰਹੇ, ਫਿਰ ਇੱਕ ਦਿਨ ਸਪੋਰਟਸ ਦਾ ਕਰਤਾ, ਉਹਦਾ ਆਪਾਂ ਕੁਝ ਅਚੀਵ ਨਹੀਂ ਕਰ ਰਹੇ। ਚਲੋ ਠੀਕ ਹੈ, ਸਪੋਰਟਸ ਡੇ ਹੋਣੇ ਚਾਹੀਦੇ ਨੇ, ਉਹ ਸਿਰਫ ਅਗਰ ਕੋਈ ਸੋਸ਼ਲ ਲੈਵਲ ਤੇ, ਹਾਂਜੀ ਸੋਸ਼ਲ ਲੈਵਲ ਤੇ ਨਾਲੇ ਇੱਕ ਦਿਨ ਤੁਸੀਂ ਸਾਲ 'ਚ ਕਰਤਾ ਤੇ ਫਿਰ ਬੈਠੇ ਰਹੇ, ਤਾਂ ਉਹਦਾ ਤੇ ਫਿਰ ਕੋਈ ਫਾਇਦਾ ਨਹੀਂ ਨਾ ਹੋਇਆ, ਲੌਂਗ ਟਰਮ ਔਨ ਗੋਇੰਗ ਬੈਨੀਫਿਟਸ ਨਹੀਂ ਹੋਏ ਉਹਦੇ। ਸੋ ਅਸੀਂ ਸੋਚਿਆ ਕਿ ਇਹਨੂੰ ਅਸੀਂ ਵੈਲਬੀਂਗ ਦਾ ਐਂਗਲ ਦਿੰਦੇ ਨੇ, ਕਿਉਂਕਿ ਅਸੀਂ ਇਸ ਵੇਲੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਗੁਰੂ ਘਰ ਨਾਲ ਕਨੈਕਟ ਕਰਨਾ ਹੈ। ਜਿਹੜਾ ਯੰਗਸਟਰ ਹੈ ਉਹਨੂੰ ਸਪਿਰਿਚੁਅਲਿਟੀ ਤਾਂ ਹੈ, ਪਰ ਉਹਨੂੰ ਹੋਰ ਵੀ ਕੋਈ
ਐਡਿਡ ਬੈਨੀਫਿਟਸ ਹੋਣੇ ਚਾਹੀਦੇ ਕਿ ਜੇ ਮੈਂ ਗੁਰੂ ਘਰ ਜਾਵਾਂਗਾ ਤਾਂ ਮੈਨੂੰ ਕੀ ਮਿਲੇਗਾ ਉੱਥੋਂ। ਸੋ ਅਸੀਂ ਵੈਲਬੀਂਗ ਦਾ ਕਨਸੈਪਟ ਡਿਸਾਈਡ ਕੀਤਾ ਕਮੇਟੀ ਸਬ ਕਮੇਟੀ ਨੇ ਕਿ ਇੱਕ ਵੈਲਬੀਂਗ ਦਾ ਸ਼ੁਰੂ ਕਰਦੇ ਨੇ ਕਨਸੈਪਟ। ਤੇ ਦੈਨ ਐਜ਼ ਅ ਕਮੇਟੀ ਵੀ ਡਿਸਾਈਡਡ ਕਿ ਦੇਖੋ ਕਦੇ ਕਦੇ ਪ੍ਰਬੰਧਕ ਫੈਸਲਾ ਲੈ ਲੈਂਦੇ ਨੇ ਤੇ ਸੰਗਤ ਤੇ ਥੋਪ ਦਿੰਦੇ ਨੇ ਵਿਦਆਊਟ ਈਵਨ ਅੰਡਰਸਟੈਂਡਿੰਗ ਕਿ ਸੰਗਤ ਚਾਹੁੰਦੀ ਕੀ ਹੈ, ਲੋੜ ਕੀ ਹੈ ਉਹਨਾਂ ਦੀ ਤੇ ਕਿਸ ਤਰ੍ਹਾਂ ਉਹਨੂੰ ਅਪਰੋਚ ਕਰਨਾ ਚਾਹੀਦਾ। ਹਾਂਜੀ, ਬਹੁਤ ਘੱਟ ਹੈ ਕਿ ਕਦੀ ਵੀ ਕੋਈ ਕਮੇਟੀ ਸ਼ਾਇਦ ਫੀਡਬੈਕ ਲਈ ਆਖਦੀ ਹੈ ਲਾਈਕ ਟੂ ਸੰਗਤ। ਤੇ ਯੂ ਐਗਜ਼ੈਕਟਲੀ ਹਿੱਟ ਦ ਨੇਲ ਔਨ ਦ ਹੈਡ। ਫਿਰ ਅਸੀਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਪੁਰਬ ਪ੍ਰਕਾਸ਼ ਸੀ ਨਵੰਬਰ ਦੇ ਵਿੱਚ, ਉਸ ਦਿਨ ਸੈਟਰਡੇ ਵਾਲੇ ਦਿਨ ਰਾਮਗੜੀਆ ਸਿੱਖ ਟੈਂਪਲ ਦੇ ਕਾਰ ਪਾਰਕ 'ਚ ਇੱਕ ਬੜਾ ਵੱਡਾ ਫਾਇਰਵਰਕਸ ਦਾ ਡਿਸਪਲੇ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੈਲੀਬ੍ਰੇਟ ਕਰਨ ਨੂੰ। ਅਸੀਂ ਫਿਰ ਉਸ ਦਿਨ ਉੱਥੇ ਸਟਾਲ ਲਗਾਇਆ, ਸਾਡਾ ਸਪੋਰਟਸ ਐਂਡ ਵੈਲਬੀਂਗ ਦਾ ਸਟਾਲ, ਤੇ ਉੱਥੇ ਇੱਕ ਕੁਐਸਚਨੇਅਰ ਤਿਆਰ ਕੀਤਾ ਤੇ ਕੁਐਸਚਨੇਅਰ 'ਚ 5-6 ਸਵਾਲ ਪੁੱਛੇ ਸੀਗੇ। ਉਸ ਦਿਨ ਉੱਥੇ ਤਕਰੀਬਨ 1000 ਦੀ ਨੰਬਰ 'ਚ ਸੰਗਤ ਮੌਜੂਦ ਸੀਗੀ। ਕੁਐਸਚਨੇਅਰ ਸਾਰਿਆਂ ਨੇ, ਕਈਆਂ ਨੇ ਭਰੇ, ਕਈਆਂ ਨੇ ਦੇਖੇ ਪੜ੍ਹੇ, ਸਾਨੂੰ ਵਿਚਾਰ ਉੱਦਾਂ ਦਿੱਤੇ ਤੇ ਸਾਨੂੰ 70 ਕੁਐਸਚਨੇਅਰ ਦੀ ਫੀਡਬੈਕ ਮਿਲੀ ਵਿਚ ਇਜ਼ ਇਨ ਮਾਰਕੀਟਿੰਗ ਟਰਮਸ ਵਿਚ ਇਜ਼ ਅ ਵੈਰੀ ਗੁੱਡ ਰਿਸਪੌਂਸ, 7% ਰਿਸਪੌਂਸ ਹੈ। ਸੋ ਉਹ 17 ਕੁਐਸਚਨੇਅਰਸ ਚੋਂ 86% ਵਰ ਇਨ ਫੇਵਰ ਆਫ ਅ ਵੈਲਬੀਂਗ ਵਰਕਸ਼ਾਪ। ਸੋ ਉੱਥੋਂ ਦੀ ਨਵੰਬਰ ਦੇ ਵਿੱਚ ਫਿਰ ਅਸੀਂ ਡਿਸਾਈਡ ਕੀਤਾ ਕਿ ਇੱਕ ਵੈਲਬੀਂਗ ਦਾ ਵਰਕਸ਼ਾਪ ਤਿਆਰ ਕੀਤੀ ਜਾਵੇ। ਉਹਦਾ ਟਾਈਟਲ ਅਸੀਂ ਰੱਖਿਆ ਵੈਲਬੀਂਗ ਮੇਲਾ, ਕਿ ਇੱਕ ਤਰ੍ਹਾਂ ਇੱਕ ਫਨ ਐਲੀਮੈਂਟ ਹੋ ਜਾਵੇ, ਵੈਰੀ ਇਨਫੋਰਮਲ। ਉੱਥੇ ਇੱਦਾਂ ਨਹੀਂ ਕਿ ਤੁਹਾਡਾ ਇਲਾਜ ਕੀਤਾ ਜਾਏਗਾ, ਕਿ ਉੱਥੇ ਡਾਕਟਰ ਬੈਠੇ ਨੇ ਤੇ ਤੁਹਾਨੂੰ ਬਸ ਪ੍ਰਿਸਕ੍ਰਿਪਸ਼ਨਾਂ ਕੱਟ ਕੇ ਦੇਈ ਜਾਣਗੇ, ਪਰ ਕਨਸੈਪਟ ਹੈ ਕਿ ਤੁਹਾਨੂੰ ਅਵੇਅਰ ਕਰਨਗੇ ਕਿ ਤੁਹਾਡੇ ਜੇ ਕੋਈ ਤੁਹਾਡੇ ਗਮ ਡਿਜ਼ੀਜ਼ ਅੱਜ ਕੱਲ੍ਹ ਬੜਾ ਇਸ਼ੂ ਹੈ, ਕਿ ਜੇ ਤੁਹਾਡੇ ਸਵੇਰ ਨੂੰ ਕੁਝ ਬਲੀਡਿੰਗ ਹੋ ਰਹੀ ਹੈ ਗਮਸ ਦੇ ਵਿੱਚ ਜਾਂ ਕੁਝ ਹੋਰ ਇਸ਼ੂਜ਼ ਹੈਗੇ ਨੇ, ਇਨਫਲੇਮੇਸ਼ਨ ਹੈ, ਕਿ ਉਹਦਾ ਕੀ ਕਰਨਾ ਚਾਹੀਦਾ ਰਾਦਰ ਦੈਨ ਇਗਨੋਰਿੰਗ। ਹਾਂਜੀ, ਸੋ ਦੈਟ ਇਜ਼ ਵੇਅਰ ਦਿਸ ਵੈਲਬੀਂਗ ਮੇਲਾ ਦਾ ਕਨਸੈਪਟ। ਹਾਂਜੀ, ਜਿੱਦਾਂ ਲਾਈਕ ਤੁਸੀਂ ਕਿਹਾ ਸੀ ਲਾਈਕ 10 ਡਿਫਰੈਂਟ ਆਪਾਂ ਕਹਿ ਲਓ ਕਿ ਸੈਕਸ਼ਨਸ ਹੋਣੇ ਆ ਜਾਂ ਹੁਣ ਸੋ ਇਟ ਵਿਲ ਬੀ 1-to-1 ਜਿੱਦਾਂ ਲਾਈਕ ਇਫ ਆਮ ਕਮਿੰਗ ਵਿਦ ਆਈ ਨੋ ਆਈ ਵਾਂਟ ਟੂ ਆਸਕ ਅਬਾਊਟ ਹੋਮਿਓਪੈਥੀ ਹੈ ਨਾ, ਸੋ ਇਟ ਵਿਲ ਬੀ ਲਾਈਕ 1-to-1 ਕੰਸਲਟੇਸ਼ਨ ਔਰ ਯੂ ਵਿਲ ਹੈਵ ਸਮ ਸੋਰਟ ਆਫ ਵਰਕਸ਼ਾਪ ਲਾਈਕ ਕਲਾਸ। ਇਟਸ ਕਲਾਸਾਂ ਨਹੀਂ ਹੋਣਗੀਆਂ ਕਿਉਂਕਿ ਇਹ ਇਵੈਂਟ ਰਨ ਕਰ ਰਿਹਾ 1 ਵਜੇ ਤੋਂ ਲੈ ਕੇ 5 ਵਜੇ ਤੱਕ। ਸਾਡੇ ਕੋਲ 4 ਘੰਟੇ ਨੇ ਤੇ ਤਕਰੀਬਨ ਸੰਗਤ ਕਾਫੀ, ਜਿਸ ਤਰ੍ਹਾਂ ਸਾਨੂੰ ਫੀਡਬੈਕ ਮਿਲ ਰਿਹਾ, ਰਿਸਪੌਂਸ ਮਿਲ ਰਿਹਾ, ਸੰਗਤ ਕਾਫੀ ਇਸ ਇਵੈਂਟ 'ਤੇ ਪਾਰਟਿਸਿਪੇਟ ਕਰ ਰਹੇ ਨੇ। ਸੋ ਬੇਸਿਕਲੀ ਆ ਕਿ ਯੂ ਜਸਟ ਤੁਸੀਂ ਉੱਥੇ ਅਪਰੋਚ ਕਰੋਗੇ, ਆਓਗੇ ਤੇ ਸਟਾਲ ਲੱਗੇ ਹੋਏ ਨੇ ਐਂਡ ਯੂ ਜਸਟ ਵਿਜ਼ਿਟ ਅ ਸਟਾਲ। ਜਿੱਦਾਂ ਕਿ ਕਦੇ ਕਦੇ ਮੋਟਰ ਸ਼ੋਅ 'ਤੇ ਆਪਾਂ ਜਾਂਦੇ ਹਾਂ, ਡਿਫਰੈਂਟ ਸਟਾਲਸ ਨੇ ਗੱਡੀਆਂ ਦੇ ਲੱਗੇ ਹੋਏ ਐਂਡ ਥਿੰਗਸ ਲਾਈਕ ਦੈਟ। ਸੋ ਯੂ ਜਸਟ ਗੋ ਅਰਾਊਂਡ ਤੇ ਜਿਹੜੇ ਉੱਥੇ ਪ੍ਰੋਫੈਸ਼ਨਲਸ ਨੇ ਦੇ ਵਿਲ ਬੀ ਵਿਜ਼ੀਬਲ, ਦੇ ਵਿਲ ਬੀ ਵੇਅਰਿੰਗ ਸਮ ਨੇਮ ਟੈਗਸ। ਜਿਹੜਾ ਮੈਂ ਟੀ-ਸ਼ਰਟ ਪਾਈ ਹੋਈ ਹੈ, ਸਵੈਟ-ਸ਼ਰਟ ਪਾਈ ਹੋਈ, ਇਹੋ ਜਿਹੀਆਂ ਟੀ-ਸ਼ਰਟਾਂ ਪਾਈਆਂ ਹੋਣਗੀਆਂ ਕਿ ਯੂ ਵਿਲ ਈਜ਼ੀਲੀ ਸਪੌਟ ਕਿ ਜਿਹੜਾ ਪ੍ਰੋਫੈਸ਼ਨਲ ਕੌਣ ਹੈ, ਤੇ ਉਹਨਾਂ ਨਾਲ ਤੁਸੀਂ 1-to-1 ਵੀ ਕਰ ਸਕਦੇ ਹੋ। ਤੇ ਜਾਂ ਉਹ ਜੇ ਪ੍ਰੋਫੈਸ਼ਨਲ 5-6 ਜਾਣਿਆਂ ਨੂੰ ਇੱਕ ਥੋੜਾ ਜਿਹਾ ਬਰੀਫ ਲੈਕਚਰ ਵੀ ਦੇ ਰਿਹਾ, ਉਹ 'ਚ ਪਾਰਟਿਸਿਪੇਟ ਕਰ ਸਕਦੇ ਹੋ। ਸੋ ਜਿੱਦਾਂ ਲਾਈਕ ਡਿਫਰੈਂਟ ਡਿਪਾਰਟਮੈਂਟਸ ਨੇ ਲਾਈਕ 8 or 10 ਸੋ ਉਹਦੇ 'ਚ ਲਾਈਕ ਹੈਵ ਯੂ ਗੋ ਲਾਈਕ ਪ੍ਰੋਫੈਸ਼ਨਲਸ ਇਨਵੋਲਵਡ ਐਂਡ ਆਰ ਦੇ ਲਾਈਕ ਐਕਸਪਰਟਸ, ਜਿੱਦਾਂ ਆਪਾਂ ਕਹਿ ਲਈ ਕਿ ਆਪਾਂ ਆਪਣੇ ਫੀਲਡ ਦੇ ਐਕਸਪਰਟ ਹੋਣਗੇ। ਹਾਂਜੀ, ਬਿਲਕੁਲ ਇਹੋ ਜਿਹਾ ਜਿਹੜਾ ਇਵੈਂਟ ਕਰਨਾ ਹੈ ਜਿੱਥੇ ਤੁਸੀਂ ਪ੍ਰੋਫੈਸ਼ਨਲ ਐਡਵਾਈਸ ਦੇ ਰਹੇ ਹੋ, ਮੈਡੀਕਲ ਐਡਵਾਈਸ ਦੇ ਰਹੇ ਹੋ, ਜ਼ਰੂਰੀ ਹੈ ਕਿ ਜਿਹੜਾ ਬੰਦਾ ਇਹ ਡਿਲੀਵਰ ਕਰ ਰਿਹਾ ਮੈਸੇਜ ਪ੍ਰੋਫੈਸ਼ਨਲ ਹੋਵੇ। ਔਰ ਮੈਨੂੰ ਬੜੀ ਖੁਸ਼ੀ ਹੈ ਔਰ ਇੱਕ ਤਰ੍ਹਾਂ ਮੈਂ ਪ੍ਰਾਊਡ ਵੀ ਫੀਲ ਕਰ ਰਿਹਾ ਕਿ ਜਿੰਨੇ ਵੀ ਪ੍ਰੋਫੈਸ਼ਨਲ ਹੈ, 35 ਪ੍ਰੋਫੈਸ਼ਨਲ ਹੋਣਗੇ ਉੱਥੇ। 5 ਡੈਂਟਿਸਟ ਨੇ, 5 ਆਪਟੀਸ਼ਨ ਨੇ, 5 ਕੰਪਲੀਮੈਂਟਰੀ ਥੈਰੇਪੀਜ਼ ਦੇ ਪ੍ਰੋਫੈਸ਼ਨਲਸ ਨੇ, ਹੋਮਿਓਪੈਥਿਕ ਉੱਥੇ ਹੋਗਾ, ਡਾਇਟ ਐਂਡ ਨਿਊਟ੍ਰੀਸ਼ਨਿਸਟ ਜਿਹੜੇ ਕੁਆਲੀਫਾਈਡ ਡਾਇਟੀਸ਼ੀਅਨਸ ਐਂਡ ਨਿਊਟ੍ਰੀਸ਼ਨਿਸਟ। ਵੀ ਹੈਵ ਅ ਫਨ ਜ਼ੋਨ ਉੱਥੇ, ਇੱਕ ਮੈਜੀਸ਼ੀਅਨ ਦਾ ਵੀ ਕਨਸੈਪਟ just for fun, ਜਾਣੀ ਕਿ just to sort of make people happy. ਐਂਡ ਸੋ ਸਾਰੇ ਜਿੰਨੇ ਵੀ ਸਟਾਲ ਉੱਥੇ ਲੱਗ ਲੈ ਰਹੇ ਸਾਰੇ ਪ੍ਰੋਫੈਸ਼ਨਲਸ ਨੇ ਐਂਡ ਇਹ ਜਿਹੜੇ ਪ੍ਰੋਫੈਸ਼ਨਲਸ ਨੇ ਕਈ ਕੰਸਲਟੈਂਟਸ ਨੇ ਐਂਡ ਥੀਸ ਗਾਈਜ਼, ਇਹਨਾਂ ਦੀ ਤੁਸੀਂ ਆਪ ਜਿਹੜਾ ਹੁਣ ਕੰਸਲਟੈਂਟ ਹੈ ਉਹਨਾਂ ਦਾ ਤੁਸੀਂ ਸੋਚ ਹੀ ਸਕਦੇ ਹੋ ਕਿ ਕਿਹੋ ਜਿਹੇ ਉਹ ਚਾਰਜ ਕਰਦੇ ਨੇ, ਪਰ ਇਹ ਸਾਰੇ ਪ੍ਰੋਫੈਸ਼ਨਲਸ ਆਪਣੀ ਸਿੱਖ ਕਮਿਊਨਿਟੀ 'ਚੋਂ ਹਨ। ਸਾਰੇ ਯੰਗਸਟਰਸ ਨੇ ਤਕਰੀਬਨ 25 to 35 ਦੀ ਏਜ ਤੱਕ। ਵੀ ਹੈਵ ਐਨ ਆਸਕ ਅ ਡਾਕਟਰ ਸਟਾਲ ਐਜ਼ ਵੈਲ। ਕਦੇ ਕਦੇ ਡਾਕਟਰਾਂ ਦੇ ਜਾਣ ਨੂੰ ਲੋਕ ਉੱਦਾਂ ਹੀ ਘਬਰਾ ਜਾਂਦੇ ਨੇ, ਸੋ ਅਸੀਂ ਉਹਨਾਂ ਦਾ ਜਿਹੜਾ ਸਟਾਲ ਹੈ ਉਹਦਾ ਨਾਮ ਰੱਖਤਾ ਆਸਕ ਅ ਡਾਕਟਰ, ਜਿਸ ਤਰ੍ਹਾਂ ਕਿ ਆਸਕ ਅ ਕੁਐਸਚਨ ਵਗੈਰਾ। ਸੋ ਉੱਥੇ 3-4 ਡਾਕਟਰ ਵੀ ਹੋਣਗੇ, ਨਰਸਿਸ ਵੀ ਹੋਣਗੀਆਂ, ਆਲ ਪ੍ਰੋਫੈਸ਼ਨਲਸ। ਤੇ ਦੀ ਅਦਰ ਥਿੰਗ ਆਈ ਵੁੱਡ ਲਾਈਕ ਟੂ ਸੇ ਇਜ਼ ਕਿ ਹੋਰ ਜਿਹੜੇ ਵੋਲੰਟਰੀ ਗਰੁੱਪਸ ਹੈ ਉਹਨਾਂ ਤੋਂ 2-3 ਰੈਪਰੈਜ਼ੈਂਟੇਟਿਵ ਵਿਲ ਬੀ ਦੇਅਰ ਟੂ ਸਪੀਕ ਅਬਾਊਟ ਐਲਕੋਹਲ ਮਿਸਯੂਜ਼ ਐਜ਼ ਵੈਲ। ਉਹਨਾਂ ਦੇ ਲੀਫਲੈਟਸ ਅਵੇਲੇਬਲ ਹੋਣਗੇ ਕਿਉਂਕਿ ਇਹ ਵੀ ਇੱਕ ਆਪਣੀ ਕਮਿਊਨਿਟੀ 'ਚ ਬੜਾ ਇਸ਼ੂ ਹੈ ਐਟ ਦ ਮੋਮੈਂਟ। ਸੋ ਉਹਦੇ ਬਾਰੇ ਵੀ, ਸੋ ਇਟਸ ਆਲ ਅਬਾਊਟ ਵੈਲਬੀਂਗ, ਹੈਲਥ ਐਂਡ
ਜਿਹੜੇ ਸਾਰੇ ਕਿ ਇਨ ਅ ਪ੍ਰੋਫੈਸ਼ਨਲ ਮੈਨਰ ਲੀਫਲੈਟਸ ਤਿਆਰ ਹੋ ਕੀਤੇ ਗਏ ਨੇ, ਉੱਥੇ ਬੈਨਰਸ ਲੱਗੇ ਹੋਣਗੇ। ਸੋ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਕੇ ਵੀ ਜਾ ਸਕਦੇ ਹੋ, ਉੱਥੇ ਸਪੈਸੀਫਿਕਲੀ ਵੀ ਡਿਸਕਸ ਕਰ ਸਕਦੇ ਹੋ। ਤੇ ਜੇ ਤੁਸੀਂ ਗਾਂ ਫੋਲੋ ਅਪ ਕਰਨਾ ਹੈ, ਫਿਰ ਉਹ ਜਿਹੜੇ ਪ੍ਰੋਫੈਸ਼ਨਲਸ ਹੈ ਤੁਸੀਂ ਉਹਨਾਂ ਨਾਲ ਗਾਂ ਅੱਗੇ ਫੋਲੋ ਅਪ ਕਰ ਸਕਦੇ ਹੋ। ਹਾਂਜੀ ਬਿਲਕੁਲ, ਕਿਉਂਕਿ ਜਿਹੜੇ ਤੁਸੀਂ ਆਪਾਂ ਕਹਿ ਲਓ ਕਿ ਲਏ ਨੇ ਸਾਰੇ, ਉਹ ਦੇ ਆਰ ਰਿਲੇਟਡ ਟੂ ਆਪਣਾ ਸਿੱਖ ਕਮਿਊਨਿਟੀ ਜਾਂ ਏਸ਼ੀਅਨ ਕਮਿਊਨਿਟੀ ਆਪਾਂ ਕਹਿ ਲਈਏ ਐਜ਼ ਅ ਹੋਲ। ਜਿੱਦਾਂ ਅਲਕੋਹਲ ਦਾ ਬਹੁਤ ਬੜਾ ਇਸ਼ੂ, ਅਸੀਂ ਪ੍ਰੋਗਰਾਮ ਕਰਦੇ ਹਾਂ ਵੀਕਲੀ। ਜਿੱਦਾਂ ਨਾ ਕਹਿ ਲਓ ਕਿ ਇੱਕ ਓਪਰਚੁਨਿਟੀ ਹੈ ਫੋਰ ਦਾ ਕਮਿਊਨਿਟੀ ਟੂ ਕਮ ਐਂਡ ਜਦੋਂ ਅਸੀਂ ਅੱਗੇ ਸਪੈਸ਼ਲੀ ਫੋਰ ਯੰਗਸਟਰਸ ਆਪਾਂ ਨਾ ਗੁਰਦੁਆਰਿਆਂ ਜਾਂ ਈਵਨ ਚੈਨਲਸ ਦੀ ਵੀ ਗੱਲ ਹੁੰਦੀ ਹੈ ਕਿ ਯੰਗਸਟਰਸ ਇਨਵੋਲਵ ਨਹੀਂ ਹੁੰਦੇ, ਪ੍ਰੋਫੈਸ਼ਨਲ ਇਨਵੋਲਵ ਨਹੀਂ ਹੁੰਦੇ। ਸੋ ਇਨ ਮਾਈ ਆਈਜ਼ ਇਹ ਬਹੁਤ ਵਧੀਆ ਇਵੈਂਟ ਆ। ਸੋ ਆਪ ਸੰਗਤਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਵੀ ਕੋਈ ਕੁਐਸਚਨ ਭਾਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਸ਼ਾਇਦ ਤੁਸੀਂ ਕਾਲ ਕਰ ਸਕਦੇ ਹੋ, ਸਾਡੇ ਨੰਬਰ ਆ ਜਾਣਗੇ ਉੱਪਰ। ਕਿਉਂਕਿ ਜੇ ਤੁਸੀਂ ਲੋਕਲ ਰਹਿੰਦੇ ਹੋ ਸ਼ਾਇਦ ਉਹਨਾਂ ਦੇ ਮਨ 'ਚ ਕੁਐਸਚਨ ਹੋਵੇ ਉਹ ਕਿਸ ਤਰ੍ਹਾਂ। ਸੋ ਟਾਈਮ ਤੇ ਦੱਸ ਦੋਗੇ ਇੱਕ ਵਾਰ, ਫਿਰ ਤੁਸੀਂ ਮੈਂਸ਼ਨ ਕੀਤਾ ਬਟ ਇਹ ਪ੍ਰੋਗਰਾਮ ਸੰਡੇ ਹੋ ਰਿਹਾ, ਸੰਡੇ 14th ਜਿਹੜਾ ਬਸ ਪਰਸੋਂ ਨੂੰ। ਇਹਦੇ ਟਾਈਮਸ ਹੈਗੇ ਬਿਟਵੀਨ 1 o'clock ਐਂਡ 5 o'clock ਐਟ ਰਾਮਗੜੀਆ ਕਮਿਊਨਿਟੀ ਸੈਂਟਰ। ਇਹਦੇ ਡਿਟੇਲਸ ਵਗੈਰਾ ਪੋਸਟਰਾਂ ਤੇ ਵਗੈਰਾ ਲੱਗੇ ਹੋਏ ਨੇ, ਸੋਸ਼ਲ ਮੀਡੀਆ ਤੇ ਕਾਫੀ ਇਹਦਾ ਐਕਸਪੋਜ਼ਰ ਹੋਇਆ। ਇੱਕ ਪੁਆਇੰਟ ਤੁਸੀਂ ਰੇਜ਼ ਕੀਤਾ ਕਿ ਜਿਹੜੇ ਯੰਗਸਟਰਸ ਨੇ ਸਾਰੇ ਆਪਣੀ ਕਮਿਊਨਿਟੀ 'ਚੋਂ ਹਨ, ਤੇ ਇਹਦਾ ਇੱਕ ਹੋਰ ਟੈਂਜੀਬਲ ਬੈਨੀਫਿਟ ਕੀ ਹੈ ਕਿ ਜਿਹੜਾ ਹੁਣ ਉੱਥੇ ਯੰਗਸਟਰ ਆਏਗਾ ਇਸ ਇਵੈਂਟ ਤੇ ਪਾਰਟ ਲਏਗਾ, ਸੇ ਫਰੋਮ ਦੀ ਏਜ ਆਫ 12, 13, 14, 15, ਉਹ ਦੇਖੇਗਾ ਕਿ ਜਿੰਨੇ ਵੀ ਪ੍ਰੋਫੈਸ਼ਨਲ ਨੇ ਆਪਣੇ ਸਿੱਖ ਕਮਿਊਨਿਟੀ ਦੇ, ਦਸਤਾਰਾਂ ਸਜਾਈਆਂ ਹੋਈਆਂ ਨੇ ਮੈਜੋਰਿਟੀ ਆਫ ਦਮ ਨੇ, ਉਹਨਾਂ ਲਈ ਫਿਰ ਜਿਹੜਾ ਯੰਗਸਟਰ ਹੈ ਉਹਨਾਂ ਲਈ ਇੱਕ ਰੋਲ ਮਾਡਲ ਬਣ ਜਾਏਗਾ ਕਿ ਇਹ ਡੈਂਟਿਸਟ ਹੈ ਜਾਂ ਆਪਟੀਸ਼ੀਅਨ ਹੈ ਜਾਂ ਕੰਪਲੀਮੈਂਟਰੀ ਥੈਰੇਪੀ ਦਾ ਐਕਸਪਰਟ ਹੈ ਜਾਂ ਹੋਮਿਓਪੈਥਿਕ ਹੈ ਜਾਂ ਡਾਕਟਰ ਹੈ, ਇਹ ਇੱਕ ਸੇਵਾ ਕਰ ਰਿਹਾ ਹੈ, ਕਮਿਊਨਿਟੀ ਲਈ ਹੈਲਪ ਕਰ ਰਿਹਾ ਹੈ। ਸੋ ਉਹਦੇ ਲਈ ਉਹ ਯੰਗਸਟਰ ਲਈ, ਉਹ ਜੇ 10-12 ਸਾਲਾਂ ਦਾ ਯੰਗਸਟਰ ਉਹਦੇ ਲਈ ਇੱਕ ਰੋਲ ਮਾਡਲ ਬਣ ਜਾਏਗਾ ਕਿ ਮੈਂ ਵੀ ਕੱਲ੍ਹ ਨੂੰ ਐਜੂਕੇਸ਼ਨ ਪ੍ਰਾਪਤ ਕਰਨੀ ਹੈ, ਕੋਈ ਪ੍ਰੋਫੈਸ਼ਨਲ ਬਣਨਾ, ਕਿ ਮੈਂ ਵੀ ਇੱਕ ਦਿਨ ਇਹ ਜਿਹੜੀ ਸੇਵਾ ਹੈ, ਚੈਰਿਟੀ ਵਰਕ ਜਿਹੜਾ ਹੋ ਰਿਹਾ, ਮੈਂ ਵੀ ਇਹ ਕਰਨਾ। ਸੋ ਦੈਟ ਇਜ਼ ਅਨਦਰ ਟੈਂਜੀਬਲ ਬੈਨੀਫਿਟ ਕਿ ਆਪਣੀ ਜਿਹੜੇ ਯੰਗਸਟਰਸ ਉਹਨਾਂ ਨੂੰ ਉੱਥੇ ਲੈ ਕੇ ਆਓ, ਉਹ ਦੇਖਣ ਕਿ ਆਪਣੇ ਜਿਹੜੇ ਕਮਿਊਨਿਟੀ 'ਚੋਂ ਇੰਡੀਵਿਜੂਅਲਸ ਪ੍ਰੋਫੈਸ਼ਨਲ ਬਣੇ ਹੋਏ ਨੇ, ਉਸ ਇਹੋ ਜਿਹੇ ਕੰਮ ਕਰ ਰਹੇ ਨੇ। ਸੋ ਉਹਨਾਂ ਨੂੰ ਇਹ ਅਰਲੀ ਉਮਰ ਤੇ ਇੱਕ ਜਾਗ ਵਗੋਂ ਲੱਗ ਜਾਵੇ ਕਿ ਅਸੀਂ ਸੇਵਾ ਵੀ ਕਰਨੀ ਹੈ ਕਮਿਊਨਿਟੀ ਦੀ, ਗੁਰੂ ਘਰ ਵੀ ਆਉਣਾ ਹੈ, ਗੁਰੂ ਘਰ ਦੇ ਨਾਲ ਕਨੈਕਟਡ ਇਵੈਂਟ ਹੈ, ਤੇ ਅਸੀਂ ਐਜੂਕੇਸ਼ਨ 'ਚ ਵੀ ਥੋੜ੍ਹੀ ਜਿਹੀ ਫੋਕਸ ਦੇਣਾ। ਹਾਂਜੀ ਬਿਲਕੁਲ। ਕਈ ਵਾਰ ਆਪਾਂ ਮੈਂ ਆਪ ਕਦੇ ਸੋਚਦਾ ਹੁੰਦਾ ਕਿ ਕਈ ਵਾਰ ਜੋ ਰਿਲੀਜੀਅਸ ਪੀਪਲ ਨੇ ਜਾਂ ਅਸੀਂ ਉਹ ਕਈ ਵਾਰ ਨਾ ਸਿਰਫ ਇੱਕ ਐਸਪੈਕਟ ਉੱਪਰ ਸਾਰਾ ਰੱਖ ਦਿੰਦੇ ਹਾਂ ਕਿ ਕਿਉਂਕਿ ਆਪਾਂ ਸੋਸ਼ਲ ਬੀਇੰਗ ਵੀ ਆ, ਸਾਡੀਆਂ ਸੋਸ਼ਲ ਨੀਡਸ ਵੀ ਨੇ, ਇਕਨੋਮਿਕ ਨੀਡਸ ਵੀ ਨੇ, ਪ੍ਰੋਫੈਸ਼ਨਲ ਜੇ ਆਪਾਂ ਕਹਿ ਲਓ ਕਿ ਪਰ ਤੁਹਾਡੇ ਜੋ ਮੈਨੂੰ ਤੁਹਾਡੇ ਇੱਥੇ ਪੋਸਟਰ ਤੋਂ ਵਧੀਆ ਚੀਜ਼ ਲੱਗ ਰਹੀ ਹੈ ਕਿ ਤੁਸੀਂ ਗੈਸਟ ਸਪੀਕਰ ਦਾ ਵੈਸੇ ਟੱਚ ਕਰ ਚੁੱਕੇ, ਪਰ ਉਹਨਾਂ ਦਾ ਡਾਕਟਰ ਵਿਧੂ ਮੇ ਹੈ। ਹਾਂਜੀ ਸੋ ਜਿਹੜਾ ਆਪਾਂ ਕਹਿ ਲਓ ਕਿ ਫਿਰ ਆਪਾਂ ਇੱਦਾਂ ਦੀਆਂ ਇਵੈਂਟਸ ਹੁੰਦੀਆਂ ਨੇ ਦੇ ਟੋਟਲੀ ਬੇਸਡ ਔਨ ਲਾਈਕ ਆਪਾਂ ਕਹਿ ਲਓ ਕਿ ਹੈਲਥ ਇਸ਼ੂਜ਼ ਦੇ ਉੱਤੇ, ਪਰ ਤੁਸੀਂ ਉਹ ਜੋ ਆਪਾਂ ਕਹਿ ਲਓ ਕਿ ਸਪਿਰਿਚੁਅਲ ਸਾਈਡ ਇਨਵੋਲਵ ਕੀਤੀ ਆ। ਸੋ ਮੈਂ ਫਿਰ ਥੋੜ੍ਹਾ ਜਿਹਾ ਜ਼ਰੂਰ ਡਿਟੇਲ ਲੱਗਣ ਚਾਹੂੰਗਾ ਕਿ ਤੁਸੀਂ ਥੋੜ੍ਹਾ ਜਿਹਾ ਵੈਸੇ ਬਰੀਫ ਟੱਚ ਕੀਤਾ ਸੀ, ਨੀਡ ਪ੍ਰੋਪਰ ਦਾ ਕਹਿ ਲਓ ਐਕਸਪਲੇਨੇਸ਼ਨ ਕਿ ਇਹ ਬਹੁਤ ਵਧੀਆ ਕਿ ਤੁਸੀਂ ਸਾਰਾ ਕਰਕੇ, ਬਟ ਇਹ ਜੋ ਤੁਸੀਂ ਵੈਸੇ ਕਹਿ ਚੁੱਕੇ ਹੋ ਕਿ ਦਵਾਈ ਦਾ, ਬਟ ਕਿਉਂ ਜ਼ਰੂਰੀ ਆ ਕਿ ਜੋ ਸਪਿਰਿਚੁਅਲ ਸਾਈਡ? ਦੇਖੋ ਜਿਹੜੀ ਸਪਿਰਿਚੁਅਲਿਟੀ ਹੈ, ਹਰੇਕ ਇਨਸਾਨ 'ਚ ਸਪਿਰਿਚੁਅਲਿਟੀ ਹੈ। ਕਿੰਨੀ ਕੋ ਪ੍ਰੈਕਟਿਸ ਕਰਦਾ ਹੈ ਆਪਦੀ ਸਪਿਰਿਚੁਅਲਿਟੀ, ਕਿੰਨੀ ਕੁ ਐਕਸਰਸਾਈਜ਼ ਕਰਦਾ ਹੈ, ਉਹ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ ਹੈ। ਤੁਸੀਂ ਦੇਖੋਗੇ ਕਿ ਕਈਆਂ ਦੀ ਸਪਿਰਿਚੁਅਲਿਟੀ ਬਹੁਤ ਸਟਰੋਂਗ ਨੇ, ਪੂਰੇ ਅੰਮ੍ਰਿਤਧਾਰੀ ਸਿੱਖ ਨੇ, ਗੁਰਦੁਆਰੇ ਉਹਨਾਂ ਨੇ ਜਾਣਾ, ਇਸ਼ਨਾਨ ਕਰਦੇ ਨੇ, ਪਾਠ ਪੂਜਾ ਆਪਦੀ ਕਰਦੇ ਨੇ, ਅਤੇ ਕਈਆਂ ਦੀ ਸਪਿਰਿਚੁਅਲਿਟੀ ਇੰਨੀ ਸਟਰੋਂਗ ਨਹੀਂ ਹੈ, ਪਰ ਫਿਰ ਵੀ ਉਹਨਾਂ ਦੇ ਵਿੱਚ ਉਹ ਐਲੀਮੈਂਟ ਹੁੰਦਾ। ਜਦੋਂ ਆਪਾਂ ਨੂੰ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਤੇ ਆਪਾਂ ਉੱਪਰ ਰੱਬ ਵੱਲ ਦੇਖੀਦਾ, ਜਦੋਂ ਕੋਈ ਆਪਣੀ ਲਾਈਫ 'ਚ ਡਿਫੀਕਲਟੀ ਆ ਜਾਏ ਤੇ ਫਿਰ ਆਪਾਂ ਉੱਪਰ ਨੂੰ ਰੱਬ ਵੱਲ ਦੇਖੀਦਾ ਕਿ ਰੱਬਾ ਤੂੰ ਕੁਝ ਇਹਦੇ ਬਾਰੇ ਕਰ। ਸੋ ਸਪਿਰਿਚੁਅਲਿਟੀ ਆਪਣੇ 'ਚ ਹੈ ਸਬਕੌਨਸ਼ੀਅਸਲੀ ਕਦੇ ਕਦੇ। ਹੁਣ ਤੁਸੀਂ ਸਪੋਰਟਸ ਦੇ ਪ੍ਰੋਫੈਸ਼ਨਲ ਦੇਖਦੇ ਹੋ, ਫੁੱਟਬਾਲਰ ਦੇਖਦੇ ਹੋ, ਉਹਨਾਂ ਦੀ ਪੂਰੀ ਟ੍ਰੇਨਿੰਗ ਕੀਤੀ ਗਈ ਹੁੰਦੀ ਹੈ, ਸਾਰਾ ਦਿਨ ਉਹ ਟ੍ਰੇਨਿੰਗ ਹੀ ਕਰਦੇ ਨੇ, ਉਹਨਾਂ ਕੋਲ ਇੰਨੇ ਉਹਨਾਂ ਦੇ ਜਿਹੜੇ ਟ੍ਰੇਨਰ ਵਗੈਰਾ ਨੇ, ਪਰ ਫਿਰ ਵੀ ਜਦੋਂ ਫੁੱਟਬਾਲਰ ਜਾਂ ਕੋਈ ਕਬੱਡੀ ਪਲੇਅਰ ਹੈ, ਜਦੋਂ ਆਪਦੇ ਮੈਦਾਨ 'ਚ ਵੜਦਾ ਹੈ, ਅਖਾੜੇ 'ਚ ਵੜਦਾ ਹੈ, ਉਹ ਰੱਬ ਦਾ ਜ਼ਰੂਰ ਪ੍ਰਣਾਮ ਕਰਦਾ। ਕਿਉਂ ਕਰਦਾ ਉਹ? ਕਿਉਂਕਿ ਉਹ ਤਾਂ ਪੂਰਾ ਤਿਆਰ ਹੋਇਆ ਹੁੰਦਾ, ਉਹਨੂੰ ਤਾਂ ਰੱਬ ਦੀ ਲੋੜ ਹੀ ਨਹੀਂ, ਪਰ ਉਹ ਤਾਂ ਉਹਦੀ ਸਪਿਰਿਚੁਅਲਿਟੀ ਉਹਨੂੰ ਕਹਿ ਰਹੀ ਹੈ ਕਿ ਤੂੰ ਦੇਖ ਰੱਬਾ ਮੇਰੇ ਵੱਲ ਇੱਕ ਰਹਿਮ ਦੀ ਨਜ਼ਰ ਰੱਖੀ ਕਿ ਇਹ ਜਿਹੜਾ ਮੇਰਾ 70 ਮਿੰਟ ਦਾ ਜਾਂ 90 ਮਿੰਟ ਦਾ ਪ੍ਰੋਗਰਾਮ ਹੈ, ਹਾਕੀ ਦਾ ਮੈਚ ਹੈ, ਫੁੱਟਬਾਲ ਦਾ ਮੈਚ ਹੈ, ਅਖਾੜਾ ਹੈ, ਕਬੱਡੀ ਦਾ ਮੈਚ ਹੈ, ਕਿ ਇਹਦੇ 'ਚ ਮੇਰੇ ਤੇ ਰਹਿਮ ਵਾਲੀ ਨਜ਼ਰ ਰੱਖੀ। ਉਹ ਸਪਿਰਿਚੁਅਲਿਟੀ ਹੋ ਗਈ ਨਾ। ਤੋ ਇੱਦਾਂ ਨਹੀਂ ਕਿ ਉਹ ਉੱਥੇ ਆਪਦੀ ਪਾਠ ਪੂਜਾ ਕਰ ਰਿਹਾ, ਉਹ ਕਰ ਰਿਹਾ ਆਪਦਾ ਪ੍ਰੋਫੈਸ਼ਨ ਹੀ ਹੈ, ਪਰ ਉਹਦਾ ਫਿਰ ਵੀ ਸਬਕੌਨਸ਼ੀਅਸ ਮਾਈਂਡ ਹੈ ਜਿਹੜਾ ਸਪਿਰਿਚੁਅਲਿਟੀ ਨਾਲ ਕਨੈਕਟ ਹੋਇਆ ਹੈ। ਸੋ ਵਾਟ ਵੀ ਟਰਾਈਂਗ ਟੂ ਡੂ ਹੇਅਰ ਇਜ਼ ਕਿ ਜਿਹੜੇ ਇਹ ਸਪੀਕਰ ਨੇ ਸਾਡੇ ਡਾਕਟਰ ਵਿਧੂ ਮੇਹਰ, ਇਹ ਵੀ ਇੱਕ GP ਹਨ ਇੱਥੇ, ਜਿਹੜੀ ਪ੍ਰਾਇਮਰੀ ਕੇਅਰ ਹੈ ਬਰਮਿੰਘਮ ਦੀ, ਉਹਨਾਂ 'ਚ ਇਹਨਾਂ ਨੇ ਕਾਫੀ ਵੱਡੀਆਂ ਪੋਸਟਾਂ ਅਟੈਂਡ ਕੀਤੀਆਂ ਨੇ। ਸੋ ਇਹ ਇੱਕ ਸਪਿਰਿਚੁਅਲਿਟੀ ਦਾ ਕਨਸੈਪਟ ਇੰਟਰੋਡਿਊਸ ਕਰ ਰਹੇ ਵਿਦ ਮੈਡੀਸਿਨ ਦੀ ਜ਼ਰੂਰਤ ਹੈ,
ਜਦੋਂ ਕੋਈ ਆਪਾਂ ਨੂੰ ਇਸ਼ੂ ਹੁੰਦਾ ਹਸਪੀਟਲ ਜਾਣਾ ਪੈਂਦਾ ਜਾਂ ਡਾਕਟਰ ਦੇ ਕੋਲ ਜਾਣਾ ਪੈਂਦਾ, ਉਹ ਜ਼ਰੂਰੀ ਹੈ। ਸਾਇੰਸ ਦਾ ਜ਼ਮਾਨਾ ਹੈ, ਵੈਸਟਰਨਾਈਜ਼ ਕੰਟਰੀਜ਼ 'ਚ ਅਸੀਂ ਰਹਿੰਦੇ ਹਾਂ, ਸੋ ਮੈਡੀਸਿਨ ਦੀ ਲੋੜ ਹੈ ਤੇ ਅਵੇਲੇਬਲ ਵੀ ਹੈ। ਪਰ ਸਾਨੂੰ ਥੋੜ੍ਹੀ ਜਿਹੀ ਸਪਿਰਿਚੁਅਲਿਟੀ ਆਪਣੀ ਲਾਈਫ 'ਚ ਲਿਆਉਣੀ ਚਾਹੀਦੀ ਹੈ ਕਿ ਜਿਹੜੀ ਉਹ ਮੈਡੀਸਿਨ ਦਾ, ਸੋ ਇਨ ਸਿੰਪਲ ਵਰਡਸ ਇਜ਼ ਕਿ ਮੈਡੀਸਿਨ ਤੇ ਹਰ ਇੱਕ ਬੰਦਾ ਖਾਂਦਾ ਹੈ, ਪਰ ਉਹ ਮੈਡੀਸਿਨ ਦਾ ਅਸਰ ਕਿੰਨਾ ਕੁ ਹੋਏਗਾ, ਹੋ ਸਕਦਾ ਕਿ ਉਹ ਤੁਹਾਡੀ ਸਪਿਰਿਚੁਅਲਿਟੀ ਨਾਲ ਕਨੈਕਟਡ ਹੈ। ਸੋ ਜੇ ਤੁਸੀਂ ਸਪਿਰਿਚੁਅਲੀ ਥੋੜ੍ਹੇ ਸਟਰੋਂਗ ਨੇ, ਹੋ ਸਕਦਾ ਕਿ ਉੱਪਰ ਵਾਲੇ ਦੀ ਜਦੋਂ ਆਪਾਂ ਪੰਜਾਬੀ 'ਚ ਆਪਾਂ ਜਾਂ ਗੁਰਬਾਣੀ ਟਰਮਸ ਕਹਿ ਲਓ ਕਿ ਪਾਣਾ ਮੰਨਣਾ ਕਹਿੰਦੇ ਆ, ਸਹੀ ਗੱਲ ਕਿ ਉਹ ਥੋੜੀ ਜੀ ਤੋਂ ਗੁਰਬਾਣੀ ਜ਼ਰੂਰ ਸਿਖਾ ਦਿੰਦੀ ਹੈ ਕਿ ਜਿੱਦਾਂ ਗੁਰਬਾਣੀ 'ਚ ਹੁੰਦਾ ਸਰ ਰੋਕ ਆਖ ਨਾਮ। ਮੇਰੀ ਇੱਕ ਬਹੁਤ ਹੀ ਚੰਗੇ ਤਾਂ ਆਪਾਂ ਕਹਿ ਲਓ ਸਤਿਕਾਰ ਜੋ ਮੈਂ ਕਹਿ ਲਊਗਾ ਕਿ ਡਾਕਟਰ ਤਾਰਾ ਸਿੰਘ ਆਲਮੇ ਹੋਮਪੈਥੀ ਦੇ ਨੇ ਸਾਊਥ ਹਾਲ ਵਿੱਚ, ਤਾਂ ਮੈਂ ਉਹਨਾਂ ਕੋਲ ਮੈਨੂੰ ਇੱਕ ਦੋ ਵਾਰੀ ਜਾਣ ਦਾ ਮੌਕਾ ਮਿਲਿਆ ਕੁਝ ਆਪਣੇ ਫਰੈਂਡਸ ਦੇ ਨਾਲ ਜਾਂ ਕੁਝ, ਤਾਂ ਉਹ ਜ਼ਰੂਰ ਇਸ ਚੀਜ਼ 'ਤੇ ਦਿੰਦੇ ਹੁੰਦੇ ਕਿ ਤੁਸੀਂ ਸਵੇਰੇ ਉੱਠ ਕੇ ਰੱਬ ਦਾ ਨਾਮ ਜ਼ਰੂਰ ਲਓ, ਜਾਂ ਉਹ ਕਹਿੰਦੇ ਨਹੀਂ ਕਹਿੰਦੇ ਤੁਸੀਂ ਮਨ 'ਚ ਵੀ ਲੈ ਸਕਦੇ ਆ ਤਾਂ ਜ਼ਰੂਰ, ਮਤਲਬ ਉਹ ਇਹੀ ਕਹਿੰਦੇ ਕਿ ਦਵਾਈ ਨੇ ਕਾਸ਼ਰ ਕਰ ਦੇਣਾ ਵਾ, ਪਰ ਕਹਿੰਦੇ ਕਿ ਕਈ ਵਾਰ ਮਨ ਵਿੱਚ ਹੀ ਬੰਦਾ ਇੰਨਾ ਡੋਲਿਆ ਹੁੰਦਾ ਕਿ ਉਹ ਸਪਿਰਿਚੁਅਲ ਸਾਈਡ ਜੋ ਤੁਸੀਂ ਇਹਨੂੰ ਲੈ ਕੇ ਆਏ ਹੋ। ਸੋ ਹੋਰ ਕੀ ਬੈਨੀਫਿਟ ਹੋਣਗੇ ਜੀ ਇਹਦੇ? ਤੁਸੀਂ ਵੈਸੇ ਬੜੇ ਡੀਟੇਲ 'ਚ ਆਲਰੇਡੀ ਦੱਸ ਚੁੱਕੇ ਹੋ ਕਿ ਜੋ ਮੈਨੂੰ ਸਭ ਤੋਂ ਵਧੀਆ ਲੱਗਾ ਕਿ ਜੋ ਗੁਰਦੁਆਰਿਆਂ ਨੂੰ ਜਾਂ ਅੱਜ ਕੱਲ੍ਹ ਜੋ ਸਾਡੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿ ਯੰਗਸਟਰਸ ਨੂੰ ਕਿੱਦਾਂ ਇਨਵੋਲਵ ਕਰੋ। ਆਈ ਥਿੰਕ ਦੇ ਵਿਲ, ਦੈਟਸ ਦ ਬਿਗੇਸਟ ਥਿੰਗ ਆਈ ਕੈਨ ਸੀ। ਹਾਂਜੀ, ਇਹਦਾ ਯੂ ਆਰ ਐਗਜ਼ੈਕਟਲੀ ਕਰੈਕਟ। ਇਹ ਜਿਹੜਾ ਇਵੈਂਟ ਹੈ, ਹਾਂਜੀ, ਇਹਦਾ ਯੰਗਸਟਰ ਵੱਲ ਇਹੀ ਮੈਸੇਜ ਹੈ ਸਾਡਾ ਕਿ ਜਿਹੜੇ ਯੰਗਸਟਰਸ ਹੈ ਗੁਰੂ ਘਰਾਂ ਨਾਲ ਕਨੈਕਟ ਹੋਵੋ, ਅਤੇ ਗੁਰੂ ਘਰਾਂ ਨਾਲ ਸਪਿਰਿਚੁਅਲਿਟੀ ਤਾਂ ਹੈ ਆਪਣੀ, ਜਿਹੜੀ ਉੱਥੇ ਸ਼ਬਦ ਗੁਰਬਾਣੀ ਜਿਹੜੇ ਹੋਰ ਪ੍ਰੋਗਰਾਮ ਆਪਣੇ ਚੱਲਦੇ ਨੇ ਉਹ ਤਾਂ ਚੱਲਣੇ ਹੀ ਨੇ, ਉਹਨਾਂ 'ਚ ਪਾਰਟ ਲਓ। ਅਤੇ ਕਦੇ ਕਦੇ ਯੰਗਸਟਰਸ ਉਸ ਸਾਈਡ ਵੱਲ ਇੰਨਾ ਕਨੈਕਟਡ ਨਹੀਂ ਹਨ। ਹੋ ਸਕਦਾ ਕਿ ਜੇ ਇਹੋ ਜਿਹੇ ਜਿਹੜੇ ਇਵੈਂਟ ਅਸੀਂ ਕਰ ਰਹੇ ਨੇ ਇਹਨਾਂ 'ਚ ਯੰਗਸਟਰ ਇਹਦੇ ਕਰਕੇ ਸ਼ਾਇਦ ਉਹ ਗੁਰੂ ਘਰ ਆਉਣ ਲੱਗ ਪੈਣ, ਕਿ ਉਹ ਸੋਚਣ ਕਿ ਦੇਖੋ ਗੁਰੂ ਘਰਾਂ 'ਚ ਹੋਰ ਵੀ ਐਡਿਡ ਬੈਨੀਫਿਟਸ ਜਿਹੜੇ ਆਪਣੇ ਹੈਲਥ ਦੇ ਨੇ, ਕਮਿਊਨਿਟੀ ਦੇ ਨੇ, ਉਹ ਉਹੋ ਜਿਹੇ ਉਪਰਾਲੇ ਕਰ ਰਹੇ ਨੇ। ਐਂਡ ਜਿਹੜਾ ਇਹ ਇਵੈਂਟ ਅਸੀਂ ਕਰ ਰਹੇ ਨੇ, ਕਦੇ ਕਦੇ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਹੁੰਦੀਆਂ ਉਹਨਾਂ ਨੂੰ ਮਨਾਉਣਾ ਜਾਂ ਉਹਨਾਂ ਨੂੰ ਕਨਵਿੰਸ ਕਰਨਾ ਮੁਸ਼ਕਿਲ ਹੋ ਜਾਂਦਾ, ਪਰ ਆਮ ਹੈਪੀ ਟੂ ਸੇ ਕਿ ਜਿਹੜੀ ਰਾਮਗੜੀਆ ਸਿੱਖ ਟੈਂਪਲ ਦੀ ਪ੍ਰਬੰਧਕ ਹੈ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਦਿੱਤੀ ਹੈ ਇਹਦੇ ਵਿੱਚ, ਜਿੰਨਾ ਵੀ ਕੋਸਟ ਹੈ ਸਾਰਾ ਉਹ ਪ੍ਰੋਵਾਈਡ ਕਰ ਰਹੇ ਨੇ। ਅਤੇ ਸੋ ਉਹਨਾਂ ਦੀ ਸਾਨੂੰ ਪੂਰੀ ਸਪੋਰਟ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਸੋ ਕਿਉਂਕਿ ਉਹਨਾਂ ਦੀ ਸਪੋਰਟ, ਕਿਉਂਕਿ ਸਾਰਾ ਜਿਹੜਾ ਇਵੈਂਟ ਹੈ ਜਿਹੜਾ ਰਾਮਗੜੀਆ ਸਿੱਖ ਟੈਂਪਲ ਦੀ ਆਰਗੇਨਾਈਜੇਸ਼ਨ ਜਿਹੜੀ ਅੰਬਰੇਲਾ ਆਰਗੇਨਾਈਜੇਸ਼ਨ ਹੈ ਉਹਦੇ ਥੱਲੇ ਹੀ ਹੋ ਰਿਹਾ ਹੈ, ਐਂਡ ਉਹਨਾਂ ਦੀਆਂ ਫੈਸਿਲਿਟੀਜ਼ ਯੂਜ਼ ਹੋ ਰਹੀਆਂ ਆ। ਅਤੇ ਪਰ ਮੈਸੇਜ ਆਪਣੀ ਸਾਰੀ ਕਮਿਊਨਿਟੀ ਨੂੰ ਹੈ ਕਿ ਸਾਰੀ ਸਿੱਖ ਕਮਿਊਨਿਟੀ ਕਿ ਇਹੋ ਜਿਹੇ ਇਵੈਂਟਸ ਪਾਰਟਿਸਿਪੇਟ ਕਰੋ। ਤੁਸੀਂ ਜਿਹੜੀ ਸੇਵਾ ਕਰ ਰਹੇ ਨੇ, ਜਿਹੜੇ 35 ਮੁੰਡੇ ਦੀ ਸੇਵਾ ਕਰ ਰਹੇ ਨੇ, ਹੁਣ ਬਾਣੀ 'ਚ ਵੀ ਲਿਖਦੇ ਨੇ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਬੇਸਿਕਲੀ ਕਿ ਯੋਰ ਸੇਵਾ ਇਜ਼ ਫਰੂਟਫੁਲ ਇਫ ਯੂ ਡੂ ਇਟ ਸਿੰਸੀਅਰਲੀ। ਹੁਣ ਇਹ 35 ਪ੍ਰੋਫੈਸ਼ਨਲ ਨੇ ਆਪਦਾ ਯੋਗਦਾਨ ਪਾ ਰਹੇ ਨੇ, ਕਮਿਊਨਿਟੀ 'ਚ ਸੇਵਾ ਕਰ ਰਹੇ ਨੇ। ਇਹਨਾਂ ਦੀ ਸੇਵਾ ਤੁਸੀਂ ਆਓ, ਇਹਨਾਂ ਦੀ ਸੇਵਾ ਸਫਲ ਕਰਾਓ, ਅਤੇ ਆਪ ਤੁਸੀਂ ਇਹ ਸੇਵਾ ਦਾ ਲਾਹਾ ਉਠਾਓ, ਲੁਤਫ ਜੋ ਇੰਜੋਏ ਕਰੋ, ਐਂਡ ਕੁਛ ਆਪਦੇ ਤੁਹਾਡੇ ਪੱਲੇ ਪਏਗਾ, ਕੁਛ ਲੈ ਕੇ ਜਾਓ। ਹਾਂਜੀ, ਆਪਣੇ ਕੋਲ 5 ਮਿੰਟ ਰਹਿ ਗਏ ਭਾਜੀ। ਮੈਂ ਇਹਨੂੰ ਜੋ ਮੇਰੀ ਆਈ ਕੈਚ ਕਰ ਰਿਹਾ ਵਾ, ਸੋ ਇਫ ਆਈ ਕੈਨ ਸ਼ੋ ਸੰਗਤਾਂ ਦਾ ਇਹ ਲੋਗੋ ਜਿੱਦਾਂ ਨਾ, ਜਿੱਦਾਂ ਆਪਾਂ ਕਹਿ ਲਓ ਕਿ ਇਸ ਵਾਰੀ ਜਿੱਦਾਂ ਕੈਸੀ ਹੈ, ਜਿੱਦਾਂ ਮੈਂ ਪਹਿਲਾਂ ਨਹੀਂ ਦੇਖਿਆ ਕਿਉਂਕਿ ਦਾਸ ਨੂੰ ਕਾਫੀ ਮੌਕਾ ਮਿਲਦਾ ਹੈ ਕਿ ਗੁਰਦੁਆਰੇ ਸਾਹਿਬ ਆਉਂਦਾ ਇੱਥੇ ਰਾਮਗੜੀ ਗ੍ਰੈਮ ਸਟਰੀਟ। ਮੈਨੂੰ ਥੋੜਾ ਲੋਗੋ ਦਾ ਮੀਨਿੰਗ ਦੱਸ ਸਕਦੇ ਹੋ ਕਿਉਂਕਿ ਤੁਸੀਂ ਤੁਹਾਡੀ ਜੈਕਟ ਉੱਪਰ ਵੀ ਸ਼ਾਇਦ ਕੈਮਰੇ 'ਤੇ ਨਹੀਂ ਦਿਖ ਰਿਹਾ, ਬਟ ਹਾਂਜੀ ਜੇ ਮੇਰੇ ਆਈ ਥਿੰਕ ਕੈਮਰਾਮੈਨ ਜੀ ਥੋੜ੍ਹਾ ਜਿਹਾ। ਹਾਂਜੀ, ਦੇਖੋ ਕੋਈ ਵੀ ਕੰਮ ਕਰਨਾ ਹੋਵੇ ਥੋੜ੍ਹੇ ਉਹਦੇ ਓਬਜੈਕਟਿਵਸ ਤੁਹਾਨੂੰ ਪਹਿਲਾਂ ਐਸਟੈਬਲਿਸ਼ ਕਰ ਲੈਣੇ ਚਾਹੀਦੇ। ਇਹ ਸਪੋਰਟਸ ਐਂਡ ਵੈਲਬੀਇੰਗ ਦਾ ਜਿਹੜਾ ਕਨਸੈਪਟ ਹੈ, ਇਹਦੇ 3 ਓਬਜੈਕਟਿਵਸ ਨੇ ਕਿ ਜਿਹੜੀਆਂ ਸਪੋਰਟਸ ਦੀਆਂ ਐਕਟੀਵਿਟੀਜ਼ ਹੈ ਰਾਮਗੜੀਆ ਕਮਿਊਨਿਟੀ ਸੈਂਟਰ ਉਹਨਾਂ ਨੂੰ ਇਨਕਰੀਜ਼ ਕੀਤਾ ਜਾਵੇ, ਨਵੀਆਂ ਇੰਟਰੋਡਿਊਸ ਕੀਤੀਆਂ ਜਾਣ, ਔਰ ਵੈਲਬੀਇੰਗ ਦਾ ਕਨਸੈਪਟ ਵੀ ਇੰਟਰੋਡਿਊਸ ਕੀਤਾ ਜਾਵੇ ਕਿ ਫॉर ਅ ਹੈਲਥੀਅਰ ਲਾਈਫ ਸਟਾਈਲ। ਫਿਰ ਅਸੀਂ ਸੋਚਿਆ ਕਿ ਇੱਕ ਨਵਾਂ ਲੋਗੋ ਵੀ ਹੋਣਾ ਚਾਹੀਦਾ, ਥੋੜਾ ਆਈ ਕੈਚਿੰਗ, ਥੋੜਾ ਮਾਡਰਨ। ਸੋ ਇਹ ਜਿਹੜਾ ਲੋਗੋ ਹੈ, ਜੀ ਇਫ ਆਈ ਕੈਨ ਜਸਟ ਸ਼ੋ ਇਟ ਟੂ ਦ ਇਹ ਜਿਹੜਾ ਲੋਗੋ ਹੈ ਤੁਸੀਂ ਦੇਖੋਗੇ ਹੈ ਤੇ ਖੰਡਾਈ। ਸੋ ਉਹਦੇ ਵਿੱਚ RST ਇੰਟਰਕਨੈਕਟਡ ਹੈ, ਅਤੇ R ਕਨੈਕਟਡ ਟੂ S ਕਨੈਕਟਡ ਟੂ CT। ਇਹਦਾ ਸਟਲ ਮੈਸੇਜ ਹੈ ਕਿ ਆਪਾਂ ਨੂੰ ਸਿੱਖ ਕਮਿਊਨਿਟੀ 'ਚ ਏਕਤਾ ਹੋਣਾ ਚਾਹੀਦਾ। ਸੋ ਤਾਂ ਕਰਕੇ ਜੁੜੇ ਹੋਏ ਨੇ ਕਿ ਆਪਾਂ ਸਾਰੇ ਇੱਕੋ ਹੀ ਨੇ, ਇੱਕ ਹੀ ਆਪਣੀ ਬੈਕਗਰਾਊਂਡ ਹੈ। ਸੋ ਆਪਾਂ ਨੂੰ ਇਹਦੇ 'ਚ ਥੋੜ੍ਹੀ ਜਿਹੀ ਕਹਿ ਲਓ ਭਾਈਚਾਰਾ, ਇਹਨੂੰ ਥੋੜ੍ਹਾ ਜਿਹਾ ਮੇਨਟੇਨ ਕਰਨਾ ਚਾਹੀਦਾ, ਕਮਿਊਨਿਟੀ ਸਪਿਰਿਟ ਆਪਾਂ ਨੂੰ ਰਿਵਾਈਵ ਕਰਨੀ ਚਾਹੀਦੀ ਹੈ। ਸੋ ਇਹਦੇ ਕਰਕੇ ਇਹ ਕਨੈਕਟਡ ਹੈ। ਔਰ ਫਿਰ ਜਿਹੜਾ ਯੈਲੋ ਕਲਰ ਹੈ ਤੁਸੀਂ ਦੇਖੋਗੇ ਖੰਡੇ ਦੇ ਥੱਲੇ ਥੋੜ੍ਹਾ ਜਿਹਾ ਫਿੱਕਾ ਹੈ, ਪਰ ਉੱਪਰ ਨੂੰ ਥੋੜ੍ਹਾ ਗੂੜਾ ਹੁੰਦਾ ਜਾ ਰਿਹਾ। ਸੋ ਇਹ ਸਟਲ ਮੈਸੇਜ ਹੈ ਕਿ ਸਿੱਖੀ ਦੀ ਚੜ੍ਹਾਈ ਹੈ, ਅਤੇ ਵਾਕਿਆ ਹੈ ਵੀ ਸਿੱਖੀ ਦੀ ਚੜ੍ਹਾਈ। ਹਰੇਕ ਐਂਗਲ 'ਤੇ ਜਿਹੜਾ ਸਿੱਖ ਹੈ ਅੱਜ ਕੱਲ੍ਹ ਉਹ ਕਾਮਯਾਬ ਹੈ,
ਬੜੀਆਂ ਬੁਲੰਦੀਆਂ ਤੇ ਪਹੁੰਚ ਰਿਹਾ। ਸੋ ਇਹ ਵੀ ਇੱਕ ਮੈਸੇਜ ਹੈ ਕਿ ਸੂਰਜ ਚੜ ਰਿਹਾ ਹੈ, ਸਿੱਖੀ ਦੀ ਚੜ੍ਹਾਈ ਹੈ। ਸੋ ਇਹ ਇੱਕ ਸਟਲ ਮੈਸੇਜ ਹੈ। ਜੋ ਸਰਕਲ ਹੈ ਦੈਟ ਰਿਪਰੈਜ਼ੈਂਟ ਸੂਰਜ ਸਰਕਲ ਹੈ ਜਿਹੜਾ, ਉਹ ਤੇ ਚੱਕਰ ਆਪਣਾ ਹੈਗਾ ਹੀ ਹੈ, ਜਿਹੜਾ ਸਿੱਖੀ ਦਾ ਸਰਕਲ ਹੈ ਕਿ देयर इज वन गॉड। ਸੋ ਦੈਟ ਇਜ਼ ਵਾਟ the concept is. So it's a very subtle message. ਬਹੁਤ ਹੈ ਤੇ ਆਪਾਂ ਨੂੰ ਇੰਨਾ ਧਿਆਨ ਵੀ ਨਹੀਂ ਦੇਣਾ ਚਾਹੀਦਾ, ਪਰ it's modern, it's catchy. ਇਹਦਾ ਜਿਹੜਾ ਸਲੋਗਨ ਹੈ ਸਾਡੀ ਸਬ ਕਮੇਟੀ ਦਾ, ਇਹਦਾ ਸਲੋਗਨ ਹੈ ਕਿ make it a way of living, ਕਿ ਜਿਹੜੀ ਸਪੋਰਟਸ ਐਂਡ ਵੈਲਬਿੰਗ ਹੈ ਇਹ ਤੁਹਾਡਾ ਜੀਵਨ ਦਾ ਇੱਕ ਹਿੱਸਾ ਬਣ, ਜਿੱਦਾਂ ਆਪਾਂ ਸਵੇਰ ਨੂੰ ਉੱਠ ਕੇ ਦੰਦ ਬਰਸ਼ ਕਰਦੇ ਨੇ, ਉੱਦਾਂ ਹੀ ਇਹ ਸਪੋਰਟਸ ਐਂਡ ਵੈਲਬਿੰਗ ਤੁਹਾਡੇ ਹਿੱਸਾ ਬਣ ਜਾਣਾ ਚਾਹੀਦਾ ਤੁਹਾਡੀ ਲਾਈਫ ਦਾ, ਕਿ ਤੁਸੀਂ ਹਰੇਕ ਐਵਰੀ ਡੇ ਤੁਸੀਂ 10 ਮਿੰਟ ਸਪੋਰਟਸ ਦਾ ਮਤਲਬ ਇਦਾਂ ਨਹੀਂ ਕਿ ਥੋੜੀ ਬਹੁਤ ਐਕਸਰਸਾਈਜ਼ ਕਰੋ, ਵੈਲਬਿੰਗ ਐਂਡ ਸੋ ਇਹਦਾ ਕਨਸੈਪਟ। ਠੀਕ ਹੈ ਜੀ, ਹਾਂਜੀ ਭਾਜੀ। ਸੋ ਮੈਂ ਸੰਗਤਾਂ ਨੂੰ ਫਿਰ ਦੱਸ ਦਵਾਂ ਕਿ ਸੰਡੇ ਨੂੰ 14 ਤਰੀਕ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਵੈਲਬਿੰਗ ਮੇਲਾ ਹੋਣ ਜਾ ਰਿਹਾ ਹੈ ਰਾਮਗੜੀਆ ਸਿੱਖ ਟੈਂਪਲ ਗ੍ਰੈਮ ਸਟਰੀਟ ਬਰਮਿੰਘਮ ਵਿਖੇ। ਸੋ ਉਹਦੇ 'ਚ ਭਾਜੀ ਦੱਸ ਚੁੱਕੇ ਨੇ ਕਿ 10 ਤਰ੍ਹਾਂ ਦੇ ਵੱਖ-ਵੱਖ ਐਕਟੀਵਿਟੀਜ਼ ਹੋਣਗੀਆਂ। ਸਾਰੀਆਂ ਹੀ ਆਪਾਂ ਕਹਿ ਲਈਏ ਕਿ ਤੁਹਾਡੀ ਹੈਲਥ ਨੂੰ ਲੈ ਕੇ ਜੋ ਆਪਾਂ ਨੂੰ ਡੇਲੀ ਇਸ਼ੂਜ਼ ਹੁੰਦੇ ਨੇ, ਆਪਾਂ ਕਹਿ ਲਈਏ ਕਿ ਵਾਰ ਭਾਜੀ ਮੈਂ ਸੋਚਦਾ ਕਿ ਜਦੋਂ ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਲੈਣੀ ਹੋਵੇ ਨਾ ਤਾਂ ਆਈ ਥਿੰਕ ਦੀ ਚਾਰਜ ਲਓ। ਸੋ ਆਪਾਂ ਕਹਿ ਲਈਏ ਕਿ ਸੋ ਸਾਡੀ ਕਮਿਊਨਿਟੀਜ਼ ਦੇ ਆਪਣੇ ਜੋ ਪ੍ਰੋਫੈਸ਼ਨਲਸ ਨੇ ਭਾਈ ਦੱਸ ਚੁੱਕੇ ਨੇ ਕਿ 35 ਪ੍ਰੋਫੈਸ਼ਨਲਸ ਜਿੱਦਾਂ। ਹਾਂਜੀ, ਸੋ ਹਾਂਜੀ ਇੱਕ ਹੋਰ, ਕਿਉਂਕਿ ਕੋਈ ਵੀ ਸਿੱਖਾਂ ਦਾ ਪ੍ਰੋਗਰਾਮ ਹੋਵੇ, ਪੰਜਾਬੀਆਂ ਦਾ ਪ੍ਰੋਗਰਾਮ ਹੋਵੇ, ਉੱਥੇ ਖਾਣ ਪੀਣ ਦਾ ਤੇ ਕਨਸੈਪਟ ਹੁੰਦਾ ਹੀ। ਹਾਂਜੀ, ਉਸ ਵੈਸੇ ਮੇਰਾ ਕੁਐਸਚਨ ਵੀ ਸੀ ਕਿ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਵੈਲਬਿੰਗ ਹੈ, ਤੁਸੀਂ ਥੋੜਾ ਜਿਹਾ ਲੰਗਰ ਵੀ ਡਿਫਰੈਂਟ ਹੋਊਗਾ। ਸੋ ਉੱਥੇ ਰਿਫਰੈਸ਼ਮੈਂਟਸ ਚੱਲਣਗੀਆਂ ਫਰੋਮ 1 o'clock to 5 o'clock। ਹਾਂਜੀ, ਪਰ the only message I would say is ਕਿ ਉੱਥੇ ਜਿਹੜਾ ਲੰਗਰ ਹੈ ਜਾਂ ਜਿਹੜੀਆਂ ਰਿਫਰੈਸ਼ਮੈਂਟਸ ਹੈ, ਇਟ ਵੋਂਟ ਬੀ ਦ ਨਾਰਮਲ ਜਿਹੜੇ ਸਮੋਸੇ ਔਰ ਸਪਰਿੰਗ ਰੋਲ ਔਰ ਪਰੌਂਠੇ, ਕਿਉਂਕਿ ਫਿਰ ਤੇ ਸਮੋਸੇ ਆਪ ਆਪਣੇ ਕਰਵਾਉਣਗੇ। ਹਾਂਜੀ, ਇਹ ਵੀ ਇਦਾਂ ਨਹੀਂ, ਪਰ ਤੁਹਾਨੂੰ ਰਿਫਰੈਸ਼ਮੈਂਟਸ ਉੱਥੇ ਪ੍ਰੋਵਾਈਡ ਕੀਤੀਆਂ ਜਾਣਗੀਆਂ। ਉੱਥੇ ਸਾਡੀ ਜਿਹੜੀ ਰਿਫਰੈਸ਼ਮੈਂਟਸ ਦੀ ਟੀਮ ਹੈ, ਦੇ ਆਰ ਪ੍ਰੋਡਿਊਸਿੰਗ ਔਰ ਦੇ ਆਰ ਪ੍ਰੀਪੇਅਰਿੰਗ ਸਮ ਵੈਰੀ ਹੈਲਦੀ ਸੂਪਸ, ਜਿਹੜੇ ਅੱਜ ਕੱਲ੍ਹ ਆਪਾਂ ਕਹਿ ਦਿੰਦੇ ਕਿ ਸੁਪਰ ਫੂਡਸ ਨੇ। ਹਾਂਜੀ, ਸੋ ਜਿੰਨੀਆਂ ਵੀ ਰਿਫਰੈਸ਼ਮੈਂਟਸ ਹੋਣਗੀਆਂ ਸੁਪਰ ਫੂਡਸ ਤੇ ਹੋਣਗੀਆਂ, ਤੇ ਅਦਰਕ ਵਾਲੀ ਚਾਹ ਹੋਏਗੀ, ਜਿੰਨੀਆਂ ਵੀ ਜਿਹੜੇ ਇੰਗਰੀਡੀਐਂਟਸ ਹੈਣਗੇ, ਜਿਹੜੇ ਐਂਟੀ ਇਨਫਲੈਮੇਟਰੀ ਜਿਹੜੀਆਂ ਪ੍ਰੋਪਰਟੀਜ਼ ਹੈ, ਆਪਾਂ ਨੂੰ ਪਤਾ ਹੈ ਹਲਦੀ ਦਾ ਕਿੰਨਾ ਫਾਇਦਾ ਹੈ, ਅਦਰਕ ਦਾ ਕਿੰਨਾ ਫਾਇਦਾ। ਸੋ ਸਾਰਾ ਕੁਝ ਜੋ ਵੀ ਉੱਥੇ ਪ੍ਰੋਵਾਈਡ ਕੀਤਾ ਜਾਏਗਾ, ਫਰੂਟ ਦਾ ਹੋਏਗਾ, ਸੋ ਜੋ ਕੁਝ ਵੀ ਉੱਥੇ ਪ੍ਰੋਵਾਈਡ ਕੀਤਾ ਜਾਏਗਾ, ਇਟ ਵਿਲ ਬੀ ਔਨ ਅ ਹੈਲਥੀ ਨੋਟ। ਹਾਂਜੀ, ਬਿਲਕੁਲ ਜੀ। ਜਿਵੇਂ ਮੈਂ ਦੱਸ ਰਿਹਾ ਸੀ ਕਿ 14 ਤਰੀਕ ਨੂੰ ਪਲੀਜ਼ ਨੋਟ ਕਰ ਲਿਓ ਕਿ 1 ਵਜੇ ਤੋਂ 5 ਵਜੇ ਤੱਕ ਆਪਾਂ ਕਹਿ ਲਈਏ ਕਿ ਇੱਕ ਬਹੁਤ ਹੀ ਆਪਣਾ ਇੱਕ ਚੰਗਾ ਦਿਨ ਹੀ 14 ਤਰੀਕ ਨੂੰ, ਕਿ ਜੋ ਮਾਗੀ ਦਾ ਵੀ ਇਹਨੂੰ ਕਰਕੇ ਕਿਹਾ ਜਾਂਦਾ ਹੈ ਕਿ ਹਾਂਜੀ ਮੁਕਤਸਰ ਦੇ ਜੋ ਆਪਾਂ ਕਹਿ ਲਈਏ ਜੋ 40 ਮੁਕਤੇ ਸੀ ਉਹਨਾਂ ਦਾ ਇੱਕ ਰਿਮੈਂਬਰੈਂਸ ਵੀ ਹੈ ਉਸ ਦਿਨ। ਸੋ ਬਹੁਤ ਹੀ ਵਧੀਆ ਦਿਨ ਤੁਸੀਂ ਚੂਜ਼ ਕੀਤਾ ਸੀ। ਸੋ ਆਪ ਜੀ ਦਾ ਧੰਨਵਾਦ ਹੈ ਭਾਈ ਸਾਹਿਬ ਜੀ, ਬਹੁਤ ਬਹੁਤ ਆਉਣ ਲਈ, ਸੋ ਆਈਡੀ ਦੇਣ ਲਈ। ਤੇ ਸੋ ਮੈਂ ਆਪ ਨੂੰ ਸੰਗਤਾਂ ਨੂੰ ਬੇਨਤੀ ਕਰਨਾ ਚਾਹਾਂਗਾ ਜੋ ਆਪ ਘਰਾਂ 'ਚ ਦੇਖ ਰਹੇ ਹੋ ਕਿ ਜੇ ਆਪ ਜੀ ਨੇ ਕੋਈ ਇਹਨਾਂ ਤੋਂ ਪੁੱਛਣਾ ਹੋਵੇ, ਕੋਈ ਆਈਡੀਆ ਲੈਣਾ ਹੋਵੇ ਆਪਣੇ ਗੁਰਦੁਆਰੇ ਲਈ, ਕਿਉਂਕਿ ਇੱਕ ਆਵਸੇ ਦਿਸ ਇਜ਼ ਅ ਸਟਾਰਟ। ਸੋ ਬਾਕੀ ਗੁਰਦੁਆਰਿਆਂ ਨੂੰ ਵੀ ਜਾਂ ਹੋਰ ਜੋ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਵੀ ਸਾਨੂੰ ਸਿੱਖਣ ਦੀ ਲੋੜ ਆ ਕਿ ਪ੍ਰੋਫੈਸ਼ਨਲਸ ਨੂੰ ਇਨਵੋਲਵ ਕਰਨ ਦੀ ਲੋੜ ਹੈ। ਤੇ ਉਹ ਜਿੱਦਾਂ ਤੁਸੀਂ ਇੱਕ ਕਿਹਾ ਕਿ ਉਹਨਾਂ ਨੇ ਉੱਦਾਂ ਨਹੀਂ ਗੁਰਦੁਆਰੇ ਆਉਂਦੇ, ਪਰ ਯੂ ਹੈਵ ਟੂ ਡੂ ਐਕਟੀਵਿਟੀਜ਼ ਹੈ ਨਾ। ਸੋ ਤੁਹਾਡਾ ਇਹਦਾ ਫੋਲੋ ਅਪ ਇੱਦਾਂ ਹੈ ਕਿ ਇਹ ਇੱਕ ਵੱਡਾ ਮੇਲਾ ਅਸੀਂ ਸੰਡੇ ਨੂੰ ਕਰਨ ਜਾ ਰਹੇ ਹਾਂ। ਫਿਰ ਸਾਡੀ ਸਪੋਰਟਸ ਐਂਡ ਵੈਲਬਿੰਗ ਦੀ ਕਮੇਟੀ ਹੈ, ਸਾਡਾ ਇਹ ਇਰਾਦਾ ਹੈ ਕਿ ਹਰੇਕ ਮਹੀਨੇ ਕੋਈ ਨਾ ਕੋਈ ਛੋਟੀ ਵਰਕਸ਼ਾਪ ਲਗਾਈ ਜਾਵੇ, ਵਿੱਚ ਕਿਉਂਕਿ ਮੈਂਟਲ ਇਸ਼ੂਜ਼ ਆਪਣੇ ਬਹੁਤ ਨੇ ਕਮਿਊਨਿਟੀ 'ਚ, ਐਲਕੋਹਲ ਦਾ ਇਸ਼ੂ ਬਹੁਤ ਹੈ, ਇਹੋ ਜਿਹੀਆਂ ਛੋਟੀਆਂ ਵਰਕਸ਼ਾਪਾਂ ਲਗਾਈਆਂ ਜਾਣ। ਔਰ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਰੇਕ ਸੰਡੇ ਜਿਹੜਾ ਸਿੱਖ ਟੈਂਪਲ ਰਾਮਗੜੀਆ ਸਿੱਖ ਟੈਂਪਲ ਹਰੇਕ ਸੰਡੇ ਸਵੇਰ ਨੂੰ ਕੀਰਤਨਾਂ ਦਾ ਪ੍ਰੋਗਰਾਮ ਹੁੰਦਾ, ਤੇ ਉੱਥੇ ਅਸੀਂ ਕੋਸ਼ਿਸ਼ ਕਰਨੇ ਕਿ ਇੱਕ ਡਾਇਟੀਸ਼ੀਅਨ ਜਾਂ ਨਿਊਟ੍ਰੀਸ਼ਨ ਐਵਰੀ ਸੰਡੇ ਅਵੇਲੇਬਲ ਹੋਏਗਾ 2 ਘੰਟੇ ਵਾਲੇ, ਕਿ ਲੋਕਾਂ ਨੂੰ ਦੱਸ ਸਕੇ, ਸੰਗਤ ਨੂੰ ਦੱਸ ਸਕੇ ਕਿ ਨਿਊਟ੍ਰੀਸ਼ਨ ਔਰ ਡਾਇਟ ਦੇ ਫਾਇਦੇ। ਔਰ ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਹੁੰਦਾ। ਸੋ ਆਪ ਆਸ ਕਰਦੇ ਹਾਂ ਕਿ ਆਪ ਸੰਗਤਾਂ ਨੂੰ ਇਸ ਤੋਂ ਸਿੱਖਣ ਨੂੰ ਜ਼ਰੂਰ ਕੁਛ ਨਾ ਕੁਛ ਮਿਲਿਆ ਹੋਊਗਾ ਜੀ। ਸੋ ਪਲੀਜ਼ ਆਪਣੀ ਫੀਡਬੈਕ ਜ਼ਰੂਰ ਦੇਣੀ, ਤੇ ਜੇ ਭਾਜੀ ਨੂੰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ rSTUK.com ਉੱਪਰ ਜਾ ਕੇ ਤੁਸੀਂ ਇਹਨਾਂ ਨੂੰ ਜ਼ਰੂਰ ਆਪਣੇ ਕੰਟੈਕਟ ਪੇਜ ਉੱਪਰ ਕਰ ਸਕਦੇ ਹੋ। ਸੋ ਆਓ ਅੰਤ ਵਿੱਚ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।